मान न कीजिए रूप गनेदा वारिस कौन हुसन दा सदा न रहसन शाहां हरियां सदा न फुल चमंदा। बिस्मिल्लाहिर्रहमानिर्रहीम। अस्सलाम वालेकुम। FM पंजाब रंग 99.4 ਤੋਂ ਇਸ ਵੇਲੇ ਤੁਸੀਂ ਨਾਸਿਰ ਅਹਿਮਦ ਦੀ ਆਵਾਜ਼ ਸੁਣ ਰਹੇ ਹੋ। ਰਾਵਲਪਿੰਡੀ, ਇਸਲਾਮਾਬਾਦ ਤੇ ਆਲ ਦਵਾਲ ਜਿੱਥੇ ਸਾਡੀ ਆਵਾਜ਼ ਅਪੜੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ। ਅੱਜ ਅਸੀਂ ਤੁਹਾਡੀ ਖਿਦਮਤ 'ਚ ਇੱਕ ਬੜਾ ਖਸੂਸੀ ਪ੍ਰੋਗਰਾਮ ਲੈ ਕੇ ਆਏ ਹਾਂ। ਸਾਡੇ ਲਈ ਬੜੇ ਇਜ਼ਾਜ਼ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ ਅਦਬ ਦੇ ਹਵਾਲੇ ਨਾਲ ਇੱਕ ਬੜੀ ਉਚੇਚੀ, ਇੱਕ ਬੜੀ ਵੱਡੀ, ਇੱਕ ਬੜਾ ਵੱਡਾ ਤੇ ਮੋਤਬਰ ਨਾ ਸਾਡੇ FM ਪੰਜਾਬ ਰੰਗ ਦੇ ਵਿਹੜੇ 'ਚ ਅੱਜ ਤਸ਼ਰੀਫ ਲੈ ਕੇ ਆਏ ਨੇ। ਦਾਨਿਸ਼ਵਰ ਨੇ, ਸ਼ਾਇਰ ਨੇ, ਅਦੀਬ ਨੇ, ਮੁਤਰਜਮ ਨੇ ਤੇ ਇਹਨਾਂ ਦੀ ਹਯਾਤੀ ਦੇ ਤੇ ਸ਼ਖਸੀਅਤ ਦੇ, ਇਹਨਾਂ ਦੇ ਫਨ ਦੇ ਹੋਰ ਵੀ ਕਈ ਪੱਖ ਨੇ ਜਿਨ੍ਹਾਂ ਨੂੰ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਾਕਿਸਤਾਨ ਤੇ ਆਲਮੀ ਸਤਹ ਤੇ ਅਦਬ ਦੇ ਹਵਾਲੇ ਨਾਲ ਬਹੁਤ ਵੱਡਾ ਤੇ ਮੋਤਬਰ ਨਾ ਤੇ ਜਿਨ੍ਹਾਂ ਨੇ ਨਾ ਸਿਰਫ ਪਾਕਿਸਤਾਨ ਬਲਕਿ ਆਲਮੀ ਸਤਹ ਤੇ ਬਹੁਤ ਸਾਰੇ ਮੁਲਕਾਂ ਵਿੱਚ ਅਦਬੀ ਹਵਾਲੇ ਨਾਲ ਆਪਣੀਆਂ ਖਿਦਮਤਾਂ ਸਰ ਅੰਜਾਮ ਦਿੱਤੀਆਂ। ਸਾਡੇ ਲਈ ਬੜੇ ਇਜ਼ਾਜ਼ ਦੀ ਗੱਲ ਹੈ ਕਿ ਸਾਡੇ ਨਾਲ ਮੌਜੂਦ ਨੇ ਜਨਾਬ ਨਸੀਮ ਸਹਿਰ ਸਾਹਿਬ। ਨਸੀਮ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ FM ਪੰਜਾਬ ਰੰਗ ਦੇ ਵਿਹੜੇ ਨੂੰ ਅੱਜ ਰੌਣਕ ਬਖਸ਼ੀ। ਮੈਂ ਤੁਹਾਨੂੰ FM ਪੰਜਾਬ ਰੰਗ ਦੇ ਵਿਹੜੇ 'ਚ ਜੀ ਆਇਆਂ ਨੂੰ ਆਖਣਾ। ਬਹੁਤ ਸ਼ੁਕਰੀਆ। ਪੰਜਾਬ ਰੰਗ ਦੇ ਜ਼ਰੀਏ ਮੈਂ ਸਾਰੇ ਸਾਮੀਨ ਨੂੰ ਵੀ ਸਲਾਮ ਕਰਦਾ ਔਰ ਤੁਹਾਡਾ ਪ੍ਰੋਗਰਾਮ ਮਾਸ਼ਾਅੱਲਾ ਬਹੁਤ ਵੱਡਾ ਨਜ਼ਰ ਆਉਂਦਾ। ਇਨਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੋਏਗੀ ਇਸ ਵਿੱਚ ਮਜ਼ੀਦ ਸ਼ਿਰਕਤ ਕਰਕੇ। ਜੀ, ਤੇ ਜਿਹੜੇ ਲੋਕੀ ਸਾਨੂੰ ਸੁਣ ਰਹੇ ਨੇ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸਾਡਾ WhatsApp ਨੰਬਰ ਨੋਟ ਕਰ ਲਓ 05192951521। ਇਹਦੇ ਤੇ ਆਪਣਾ WhatsApp ਪੈਗਾਮ ਸਾਨੂੰ ਘੱਲੋ ਤੇ ਸਾਨੂੰ ਕਾਲ ਵੀ ਕਰੋ 05192951520। ਸਾਡੇ ਨਾਲ ਮੌਜੂਦ ਨੇ ਬਹੁਤ ਵੱਡੇ ਸ਼ਾਇਰ, ਅਦੀਬ ਤੇ ਮੁਤਰਜਮ, ਨਾਤ ਵੀ ਲਿਖਦੇ ਨੇ। ਹੋਰ ਅਸੀਂ ਨਜ਼ਮ ਤੇ ਗਜ਼ਲ ਦੇ ਹਵਾਲੇ ਨਾਲ ਵੀ ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਦਾ ਕਲਾਮ ਵੀ ਸੁਣਾਂਗੇ। ਤੇ ਆਓ ਆਪਣੇ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ ਇੱਕ ਸੂਫੀਆਨਾ ਕਲਾਮ ਤੋਂ, ਫਿਰ ਪਰਤ ਕੇ ਆਨੇ ਆ ਵਾਪਸ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਜੀ, ਪਰਤ ਕੇ ਆ ਗਿਆ ਵਾਪਸ। ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4 ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਨਾਬ ਨਸੀਮ ਸਹਿਰ ਸਾਹਿਬ, ਬਹੁਤ ਵੱਡੇ ਦਾਨਿਸ਼ਵਰ, ਸ਼ਾਇਰ, ਅਦੀਬ, ਮੁਤਰਜਮ ਤੇ ਅਦਬੀ ਹਵਾਲੇ ਨਾਲ ਇੱਕ ਬਹੁਤ ਵੱਡਾ ਤੇ ਮੋਤਬਰ ਨਾਮ। ਤੇ ਨਸੀਮ ਸਹਿਰ ਸਾਹਿਬ, ਸਾਨੂੰ ਬਹੁਤ ਸਾਰੇ ਲੋਕੀ ਸੁਣ ਰਹੇ ਨੇ। ਸਾਡੇ ਸੁਣਨ ਵਾਲਿਆਂ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਜੰਮਪਲ ਬਾਰੇ ਦੱਸੋ। ਤੁਹਾਡੀ ਪੈਦਾਇਸ਼ ਕਿੱਥੇ ਹੋਈ? ਜੀ, ਇਤਨੀ ਪੁਰਾਣੀ ਗੱਲ ਹੈ ਕਿ ਹੁਣ ਮੈਂ ਯਾਦ ਕਰਾਂ ਤਾਂ ਯਾਦ ਰਹਿੰਦੀ ਹੈ ਜੀ। ਮੇਰੀ ਪੈਦਾਇਸ਼ 15 ਫਰਵਰੀ 1944 ਤੇ ਪਿੰਡੀ 'ਚ ਹੋਈ ਜੀ ਤੇ ਜੰਮਪਲ ਇੱਥੇ ਦੇ ਆ। ਤਾਲੀਮ ਵੀ ਸਾਰੀ ਇੱਥੇ ਹੀ ਸੀ, ਨੌਕਰੀ ਵੀ ਜ਼ਿਆਦਾ ਇੱਥੇ ਰਹੀ। ਹਾਂ, ਦਰਮਿਆਨ ਵਿੱਚ ਕੋਈ 30 ਸਾਲ ਸਾਊਦੀ ਅਰਬ ਵਿੱਚ ਨੌਕਰੀ ਕੀਤੀ। ਤੇ ਨਸੀਮ ਸਾਹਿਬ, ਜਿਹੜਾ ਉਹ ਜਦੋਂ ਤੁਸੀਂ ਇੱਥੇ ਪੈਦਾ ਹੋਏ ਹੋ, ਜ਼ਰਾ ਉਹ ਨਕਸ਼ਾ ਸਾਡੇ ਸੁਣਨ ਵਾਲਿਆਂ ਨੂੰ ਜ਼ਰਾ ਦੱਸੋ। ਉਸ ਵੇਲੇ ਪਿੰਡੀ ਸ਼ਹਿਰ ਦੇ ਕਿਸ ਤਰ੍ਹਾਂ ਦਾ ਸੀ? ਬਿਲਕੁਲ, ਪਿੰਡੀ ਸ਼ਹਿਰ ਉਸ ਵਕਤ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਹੁਣ ਕੋਈ ਤੁਸੀਂ ਗਿਰਾਂ ਦਾ ਤਸਵਰ ਕਰਦੇ ਹੋ ਜੀ। ਤਾਂ ਕਿ ਇੱਥੋਂ ਜਿਹੜੇ ਰੇਡੀਓ ਦੇ ਪ੍ਰੋਗਰਾਮ ਨਸ਼ਰ ਹੁੰਦੇ ਸੀ, ਉਹਨਾਂ ਦੇ ਇੱਕ ਪ੍ਰੋਗਰਾਮ ਦਾ ਨਾਮ ਹੀ ਗਿਰਾਂ ਦੀ ਵਸਣੀ ਸੀ ਜੀ। ਤੇ ਅਸੀਂ ਵੀ ਆਪਣੇ ਆਪ ਨੂੰ ਗਿਰਾਂ ਦੇ ਵਾਸੀ ਸਮਝਦੇ ਸੀ। ਔਰ ਸ਼ਹਿਰ ਪਿੰਡੀ ਬੁਨਿਆਦੀ ਤੌਰ ਤੇ ਫੌਜੀ ਛਾਉਣੀ ਤੌਰ ਤੇ ਮਸ਼ਹੂਰ ਸੀ ਤੇ ਐਸ ਸੱਚ ਉਸ ਦੀ ਜਿਹੜੀ ਕਲਚਰਲ ਔਰ ਦੂਸਰੇ ਮਾਮਲਾਤ ਸੀ ਨਾ, ਘੱਟ ਹੀ ਸੀ, ਆਬਾਦੀ ਵੀ ਘੱਟ ਸੀ, ਲੇਕਿਨ ਉਸ ਮਾਹੌਲ ਵਿੱਚ ਸਾਦਗੀ ਬੜੀ ਸੀ, ਮੁਹੱਬਤਾਂ ਬੜੀਆਂ ਸੀ। ਅਲਹਮਦੁਲਿਲਾ, ਜਿੱਥੇ ਅਸੀਂ ਰਹੇ, ਇਮਾਮ ਬੜਾ ਮਹੱਲਾ ਪਿੰਡੀ ਦਾ ਇੱਕ ਬੁਨਿਆਦੀ ਹਵਾਲਾ ਬੰਨੀ ਦੇ ਨਾਲ, ਤੇ ਉੱਥੇ ਆਲੇ ਦੁਆਲੇ ਦੇ ਜਿਤਨੇ ਲੋਕ ਸੀ ਨਾ, ਮੁਹੱਬਤਾਂ ਵਾਲੇ ਲੋਕ ਸੀ। ਅਸੀਂ ਕਦੀ ਕੋਈ ਮਸਲਕੀ ਮਸਲਾ ਨਹੀਂ ਦੇਖਿਆ, ਸ਼ੀਆ ਸੁੰਨੀ ਫਸਾਦ ਨਹੀਂ ਦੇਖਿਆ, ਝਗੜਾ ਨਹੀਂ ਦੇਖਿਆ, ਪਠਵਾਰੀ ਪੰਜਾਬੀ ਦਾ ਝਗੜਾ ਨਹੀਂ ਦੇਖਿਆ, ਉਰਦੂ ਪੰਜਾਬੀ ਦਾ ਨਹੀਂ ਦੇਖਿਆ। ਇੱਕ ਸੁਲਹ ਕੁਲ ਦਾ ਆਲਮ ਸੀ ਜਿਹੜਾ ਬਾਅਦ ਦੇ ਦਿਨਾਂ 'ਚ ਆਹਿਸਤਾ ਆਹਿਸਤਾ ਖਾਬੋ ਖਿਆਲ ਹੋ ਗਿਆ। ਔਰ ਪਿੰਡੀ ਦੀ ਜਿਹੜੀ ਉਸ ਪਿੰਡੀ ਦੀ ਜਿਸ ਤਰ੍ਹਾਂ ਪਿੰਡੀ ਔਰ ਸੈਦਪੁਰ ਨੂਰਪੁਰ ਦੇ ਦਰਮਿਆਨ ਇੱਕ ਪਤਲੀ ਦੀ ਸੜਕ ਸੀ। ਔਰ ਇਸਲਾਮਾਬਾਦ ਦਾ ਤੇ ਨਾ ਹੀ ਬਾਅਦ ਵਿੱਚ ਹੋਇਆ। ਤੁਹਾਨੂੰ ਪਤਾ ਹੈ ਕਿ ਤਕਰੀਬਨ 64-65 ਵਿੱਚ ਇਸਲਾਮਾਬਾਦ ਦਾ ਆਗਾਜ਼ ਹੋਇਆ, ਤਾਂ ਉਸ ਤੋਂ ਪਹਿਲੇ ਸਿਰਫ ਪਿੰਡੀ ਸੀ ਜੀ। ਪਿੰਡੀ ਦਾ ਸ਼ਹਿਰ ਸੀ ਔਰ ਬਸ ਪਿੰਡੀ ਦਾ ਸ਼ਹਿਰ ਵੀ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਤੁਸੀਂ ਸਮਝੋ ਕਿ ਇੱਕ ਬੜਾ ਵੱਡਾ ਮਹੱਲਾ ਹੁੰਦਾ ਹੈ। ਸ਼ਹਿਰ ਐਸ ਸੱਚ ਕੋਈ ਨਹੀਂ ਸੀ, ਇੱਕ ਛਾਉਣੀ ਸੀ। ਛਾਉਣੀ ਤੋਂ ਬਾਹਰ ਸਾਡਾ ਮਹੱਲਾ ਸੀ ਨਾ, ਜਿਹੜਾ ਇਮਾਮ ਵਾਲਾ ਮਹੱਲਾ ਔਰ ਬੰਨੀ, ਇੱਥੋਂ ਇਰਦ ਗਿਰਦ ਜਾਓ ਤਾਂ ਪਤਾ ਚੱਲਦਾ ਸਭ ਸੁਨਸਾਨ ਸੀ। ਦੁਸਹਿਰਾ ਗਰਾਊਂਡ ਸੀ, ਈਦਗਾਹ ਮਹੱਲਾ ਸੀ, ਇਹ ਸਾਰੇ ਬਹੁਤ ਘੱਟ ਆਬਾਦੀ ਵਾਲੇ ਲੋਕ ਸੀ। ਅਲਹਮਦੁਲਿਲਾ, ਉਸ ਤੋਂ ਬਾਅਦ
ਹੁਣ ਦੇਖਦੇ ਹਾਂ ਕਿ ਸਾਰਾ ਨਕਸ਼ੇ ਬਦਲ ਗਿਆ। ਨਕਸ਼ਾ ਬਦਲ ਗਿਆ। ਪੰਜਾਬੀ ਚ ਕਹਿੰਦੇ ਨੇ ਇੱਟ ਚੁੱਕੋ ਤੇ ਫਲਾਂ ਹੋ ਜਾਂਦਾ ਹੈ, ਇੱਟ ਚੁੱਕੋ ਤੇ 10 ਬੰਦੇ ਨਿਕਲ ਆਉਂਦੇ ਨੇ। ਜੀ ਉਹ ਬਾਕੀ ਸਿੱਦੀਕੀ ਨੇ ਕਿਹਾ ਸੀ ਨਾ ਉਹ ਪਿੰਗਾ ਨਾ ਉਹ ਝੂਟੇ, ਨਾ ਉਹ ਗੁਮਰੇ ਗੁਮਰੇ ਬੂਟੇ, ਨਾ ਉਹ ਗੋੜੀ ਛਾਂ, ਐ ਨਹੀਂ ਮੈਂਡਾ ਗਰਾਂ। ਕੀ ਬਾਤ ਹੈ ਵਾਕਈ। ਤੇ ਨਸੀਮ ਸਾਹਿਬ ਫਿਰ ਤੁਸੀਂ ਆਪਣੀ ਮੁੱਢਲੀ ਤਾਲੀਮ ਵੀ ਇੱਥੋਂ ਹਾਸਲ ਕੀਤੀ? ਜੀ ਤਾਲੀਮ ਵੀ ਬੁਨਿਆਦੀ ਇੱਥੋਂ ਹਾਸਲ ਕੀਤੀ? ਤਾਲੀਮ ਮੈਂ ਇਸ ਤਰ੍ਹਾਂ ਹਾਸਲ ਕੀਤੀ ਕਿ ਮੈਟ੍ਰਿਕ ਤੱਕ ਤੇ ਮੈਂ ਪੜ੍ਹਿਆ ਬਾਕਾਇਦਾ ਜੀ। ਔਰ ਉਸ ਤੁਹਾਨੂੰ ਪਤਾ ਹੈ ਕਿ ਉਸ ਜ਼ਮਾਨੇ ਦੇ ਹਾਲਾਤ ਹਰ ਫੈਮਿਲੀ ਦੇ ਹੁੰਦੇ ਨੇ। ਸਾਡੀ ਫੈਮਿਲੀ ਦੇ ਹਾਲਾਤ ਕੋਈ ਬਹੁਤ ਖਰਾਬ ਸੀ ਤੇ ਮੈਟ੍ਰਿਕ ਤੋਂ ਬਾਅਦ ਮੈਂ ਨੌਕਰੀ ਕਰ ਲਈ। ਨੌਕਰੀ ਦੇ ਦਰਮਿਆਨ ਮੈਨੂੰ ਖਿਆਲ ਆਇਆ ਕਿ ਯਾਰ ਕੁਝ ਬਿਹਤਰ ਵੀ ਕਰਨਾ ਚਾਹੀਦਾ। ਚੁਨਾਚੇ ਮੈਂ ਆਹਿਸਤਾ BA ਤੱਕ ਤਾਲੀਮ ਹਾसिल ਕੀਤੀ। फिर प्रोफेशनल काम करके प्रोफेशनल कुछ ऐसी सलाहियतां शॉर्ट एंड सीखी और उस अल्लाह दे कीता कि उस नाल मैनू बहुत अच्छी नौकरी मिल गई और रफ्ता रफ्ता उसी दे तुफैल मैं सऊदी अरब गया। ठीक, तो अल्लाह दा बड़ा करम है। ठीक, नसीम साहब ये गलबात ते चलती रहेगी ते मैं चाहांगा तुसी साडे सुनन वालियां लई अपना कोई हमदिया कलाम सुनाओ। नात जी जी नात सुनाओ जी। सब तो पहले तो मैं सोच रहा सी कि आगाज इत्थों होना चाहिए सी। जी 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 जी। नात दे तुहानू कुछ शेर पेश करना। दिल दे अंदरों उठदे रहंदे ने होके ते हावां। वाह। दिल दे अंदरों उठदे रहंदे ने होके ते आवां। रब्बा किवें मैं उड़ के सोहणे नबी दे बूहे जावां। वाह। रब्बा किवें मैं उड़ के सोहणे नबी दे बूहे जावां। डारों विछड़ी कूंजां वांगू तड़पां ते कुरलावां। वाह। डारों विछड़ी कूंजां वांगू तू तड़पां ते कुरलावां। मैनू हुजूर बुलावा भेजन मैं भी मदीने जावां। वाह वाह वाह। मैनू हुजूर बुलावा भेजन मैं भी मदीने जावां। एक वारी मैं फिर उन्हां दा रोज़ा वेख के आवां। वाह वाह। एक वारी मैं फिर उन्हां दा रोज़ा वेख के आवां। राती दिहाड़ी मंगदा रहिंदा मैं बस एहो दुआवां। वाह वाह। राती दिहाड़ी मंगदा रहिंदा मैं बस एहो दुआवां। मेरे नबी जी मैनू बुला लो जिन्नी जल्दी होवे। वाह। मेरे नबी जी मैनू बुला लो जिन्नी जल्दी होवे। डर लगदा है इस तू पहला डर लगदा है इस तू पहला टुट ना जावन सावां। वाह वाह वाह। डर लगदा है इस तू पहला टुट ना जावन सावां। शहर मदीने दे अंदर रहना है जन्नत वर्गा। शहर मदीना दे अंदर रहना है जन्नत वर्गा। और किथे नहीं मिल सकियां एहो जियां ठंडियां छावां। वाह 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 वाह। और किधे मिल नहीं सकियां एहो जियां ठंडियां छावां। कुप अनेरी राती जद भी सल्ले अला मैं कहंदा। वाह। कुप अनेरी राती जद भी सल्ले अला मैं कहंदा। चानन बन के चमके मेरे सोहणे नबी दा नावा। वाह वाह वाह। सुभान। चानन बन के चमके मेरे सोहणे नबी दा नावा। और शेर मिलादा हो के सिर्फ तुहाडे कोल ही मेरे दर्दां दा ए दारू। सिर्फ तुहाडे कोल ही मेरे दर्दां दा ए दारू। होर किनू मैं सीने दे पखदे फट विखावां। वाह वाह वाह। होर किनू मैं सीने दे पखदे फट विखावां। इक्को बूहा मेरे नबी जी इक्को बूहा मेरे नबी जी दा मैनू बस करदा। इक्को बूहा मेरे नबी जी दा मैनू बस करदा। होर किसे नू नसीम में क्यों इस दिल दा हाल सुनावां। वाह वाह वाह। सुभान अल्लाह। होर किसे नू नसीम में इस दिल दा हाल सुनावां। सुभान अल्लाह। सुभान अल्लाह। बहुत अच्छा कलाम नसीम साहब तुसी सुना रहे हो ते मैं सुनने वाले ਨੂੰ ਦੱਸਦਾ ਚੱਲਾਂ ਕਿ 05192919521 ਤੇ ਤੁਸੀਂ ਵੀ ਸਾਨੂੰ ਮੈਸੇਜ ਕਰ ਲਓ। ਸਾਨੂੰ ਕਾਲ ਕੀਤੀ ਟੋਕ ਖੱਬੇ ਤੋਂ ਸ਼ੇਖ ਜ਼ਹੂਰ ਸਾਹਿਬ ਨੇ ਤੇ ਨਸੀਮ ਸਾਹਿਬ ਤੁਹਾਨੂੰ ਸਲਾਮ ਵੀ ਦੇ ਰਹੇ ਨੇ ਔਰ ਤੁਹਾਡੇ ਸ਼ਾਇਰੀ ਨੂੰ ਬੜਾ ਪਸੰਦ ਕੀਤਾ ਉਹਨਾਂ ਨੇ। ਮਲਕ ਖਾਲਿਦ ਸਾਹਿਬ ਨੇ ਸਾਨੂੰ ਕਾਲ ਕੀਤੀ ਹੈ, ਬੜੇ ਸਾਡੇ ਸੀਨੀਅਰ ਲਿਸਨਰ ਨੇ, ਬੜਾ ਪਿਆਰ ਕਰਦੇ ਨੇ ਤੇ ਉਹ ਵੀ ਤੁਹਾਨੂੰ ਸਲਾਮ ਕਹਿ ਰਹੇ ਨੇ। FM ਪੰਜਾਬ ਰੰਗ ਦੇ ਵਿੜੇ ਚ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਤੇ ਸ਼ੋਅ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਹਜ਼ਰਤ ਪੀਰ ਮਹਿਰ ਅਲੀ ਸ਼ਾਹ ਦਾ ਕਲਾਮ ਸੁਣਨੇ ਆ, ਫਿਰ ਪਰਤ ਕੇ ਆਨੇ ਵਾਪਸ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਕਿੱਥੇ ਮਹਿਰ ਅਲੀ ਕਿੱਥੇ ਤੇਰੀ ਸਨਾ,
ਗੁਸਤਾਖੀਆਂ ਕਿੱਥੇ ਜਾ ਲੜੀਆਂ। ਬੜਾ ਸੋਹਣਾ ਕਲਾਮ ਤੁਸੀਂ ਸੁਣ ਰਹੇ ਸੋ ਤੇ ਪਰਤ ਕੇ ਅਸੀਂ ਆ ਗਏ ਹਾਂ ਵਾਪਸ। ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਬਹੁਤ ਸਾਰੇ ਲੋਕੀ ਸਾਨੂੰ ਮੈਸੇਜ ਕਰ ਰਹੇ ਨੇ 05192919521 ਤੇ ਸਾਨੂੰ ਮੈਸੇਜ ਘੱਲਿਆ ਰਜ਼ੀਆ ਸੁਲਤਾਨਾ ਹੋਰਾਂ ਨੇ ਲਾਲ ਹਵੇਲੀ ਪਿੰਡੀ ਤੋਂ, ਤੇ ਉਹਨਾਂ ਨੇ ਬੜੀ ਤਾਰੀਫ ਕੀਤੀ FM ਪੰਜਾਬ ਰੰਗ ਦੀ ਪੂਰੀ ਨਸ਼ਰੀਆਤ ਤੇ ਅੱਜ ਦੇ ਪ੍ਰਾਹੁਣੇ ਨਸੀਮ ਸਹਿਰ ਸਾਹਿਬ ਨੂੰ ਉਹ ਜੀ ਆਇਆਂ ਨੂੰ ਕਹਿ ਰਹੀਆਂ ਨੇ। ਤੇ ਇਹਦੇ ਨਾਲ ਸਾਨੂੰ ਬਹੁਤ ਸਾਰੇ ਲੋਕੀ ਸੁਣ ਰਹੇ ਨੇ। ਸਾਨੂੰ ਫੇਰ ਕਾਲ ਕੀਤੀ ਸ਼ੇਖ ਜ਼ਹੂਰ ਸਾਹਿਬ ਨੇ ਟੋਕ ਖੱਬਾ ਤੋਂ, ਤੇ ਉਹ ਕਹਿ ਰਹੇ ਨੇ ਕਿ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬੜਾ ਦਿਲਚਸਪ ਹੈ ਤੇ ਅਸੀਂ ਬੜੇ ਸ਼ੌਕ ਨਾਲ ਆਪਣਾ ਕੰਮ ਵੀ ਕਰ ਰਹੇ ਹਾਂ ਤੇ ਨਸੀਮ ਸਾਹਿਬ ਦੀਆਂ ਗੱਲਾਂ ਵੀ ਸੁਣ ਰਹੇ ਹਾਂ ਤੇ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਨਸੀਮ ਸਹਿਰ ਸਾਹਿਬ ਤੁਸੀਂ ਕਲਾਮ ਤੋਂ ਪਹਿਲੇ ਸਾਨੂੰ ਇੱਕ ਆਪਣੀ ਨਾਤ ਸੁਣਾਈ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਬਿਆਨ ਕਰਨਾ ਬੜੀ ਵੱਡੀ ਸਾਦਤ ਹੈ ਤੇ ਤੁਸੀਂ ਨਾਤੀਆ ਸ਼ਾਇਰੀ ਵੀ ਕੀਤੀ ਹੈ ਉਰਦੂ ਚ ਵੀ ਪੰਜਾਬੀ ਚ ਵੀ, ਤੇ ਜਿਲੇ ਤੁਸੀਂ ਨਾਤ ਮੁਬਾਰਕ ਲਿਖਦੇ ਹੋ ਜਾਂ ਪੜ੍ਹਦੇ ਹੋ ਤੇ ਤੁਹਾਡੇ ਕੀ ਜਜ਼ਬਾਤ ਹੁੰਦੇ ਨੇ? ਸਰ ਜੀ ਇਹ ਗੱਲ ਮਹਿਸੂਸ ਕੀ ਜਾ ਸਕਦੀ ਹੈ ਪਰ ਬਿਆਨ ਨਹੀਂ ਕੀਤੀ ਜਾ ਸਕਦੀ। ਵਾਹ, ਕੈਫੀਅਤ ਹੁੰਦੀ ਹੈ ਇੱਕ। ਮੈਂ ਤੇ ਇੱਕ ਜ਼ਮਾਨੇ ਤੱਕ ਗਜ਼ਲਾਂ ਕਹਿੰਦਾ ਰਿਹਾ ਜਾਂ ਨਜ਼ਮਾਂ, ਲੇਕਿਨ 15-20 ਸਾਲ ਪਹਿਲੇ ਜਦ ਇਸ ਸਾਈਡ ਤੇ ਮੈਂ ਰੁਝਾਨ ਹੋਇਆ ਨਾ ਨਾਤ ਕਹਿਣ ਦਾ, ਪਤਾ ਚੱਲਿਆ ਕਿ ਮੈਂ ਹੁਣ ਇੱਕ ਨਵੇਂ ਇਲਾਕੇ ਦਾਖਲ ਹੋ ਗਿਆ। ਇੱਕ ਰੂਹਾਨੀ ਪਾਕੀਜ਼ਗੀ ਦਾ ਕੈਫੀਅਤ ਦਾ ਦੌਰ ਹੈ ਜਿਸ ਦੇ ਅੰਦਰ ਦਾਖਲ ਹੋ ਕੇ ਸਭ ਉਹ ਗਜ਼ਲ ਦੀਆਂ ਜਿਹੜੀਆਂ ਪੁਰਾਣੇ ਮਾਮਲਾਤ ਸੀ ਨਾ ਉਹ ਭੁੱਲ ਕੇ ਨਾਤ ਦੇ ਦਾਰਾ ਆ ਗਿਆ। ਅਲਹਮਦੁਲਿਲਾ ਗੁਜ਼ਸ਼ਤਾ 15 ਸਾਲ ਵਿੱਚ ਮੇਰੇ 3 ਨਾਤ ਦੇ ਮਜਮੂਏ ਸ਼ਾਇਦ ਹੋ ਚੁੱਕੇ हैं माशाल्लाह, और चौथा मजमूआ भी रेडी है तकरीबन। बस ये कैफियत होती है। और दूसरी गल है कि कभी ये नहीं कहा जाता कि मैं शौरी कोशिश नाल, मैं नहीं बल्कि कोई भी शायर शौरी कोशिश नाल नात नहीं लिख सकता जब तक उधरों बुलावा ना होए और उधरों अता ना होए ना, तुसी एक लफ्ज़ भी नात दा नहीं लिख सकते। कई दफ़ा ये होया कि मैं मदीने मुनव्वरा कहदा चुके मैं सऊदी अरब गया, ज़ाहिर बार बार जाना होंदा सी, सादत हासिल होंदी सी ते मदीने मुनव्वरा जाके कुछ होर ही कैफियत हो जांदियां। और मैनूं याद है कि जिस ਜਿਹੜੀਆਂ ਨਾਤਾਂ ਮੈਂ ਉੱਥੇ ਲਿਖਦਾ ਸੀ ਮੈਂ ਉੱਥੇ ਆਪਣੀ ਬਿਆਨ ਵਿੱਚ ਮਦੀਨੇ ਦਾ ਲਫ਼ਜ਼ और ਤਾਰੀਖ ਵੀ ਲਿਖ ਲੈਂਦਾ ਸੀ। ਵਾਹ, और ਹੁਣ ਵੀ ਉਹ ਯਾਦ ਆਉਂਦਾ ਕਿ ਜੀ ਕਿਆ ਅੱਛਾ ਵਕਤ ਸੀ। ਜ਼ਾਹਿਰ ਹੈ ਕਿ ਉਹ ਕੈਫੀਅਤ ਜਿਸ ਵਕਤ ਬੰਦਾ ਵਾਪਸ ਆਉਂਦਾ ਸਊਦੀ ਅਰਬ ਤੋਂ ਤੇ ਜਿਹੜੇ ਵੀ ਹਜ ਤੇ ਜਾਂਦੇ ਜਾਂ ਉਮਰੇ ਤੇ ਜਾਂਦੇ ਜਾਂ ਜ਼ਿਆਰਾਤ ਤੇ ਜਾਂਦੇ ਨੇ ਉਹ ਵਾਪਸੀ ਤੇ ਇੱਕ ਬਦਲੇ ਬੰਦੇ ਹੁੰਦੇ ਨੇ, ਉਹ ਨਹੀਂ ਹੁੰਦੇ ਜਿਹੜੇ ਜਾਣ ਵੇਲੇ ਸੀ। ਵਾਹ, ਉਹ 30 ਸਾਲ ਮੈਂ ਹੁਣ ਉੱਥੇ ਰਹਿ ਕੇ ਆਇਆ तो तुम समझ सकते हो कि मेरी की कैफियत वो सब हूँ भी मेरे सामने। और नात के कहने वेले कई दफ़ा तक नमाज सिद्धे जान वेले वो नक्शा सामने आ जाता, पता चलता हरम शरीफ के सामने खड़े हाँ, सिजदा दे रहे हैं, रुकू कर रहे हैं। तो ये नात का मामला अल्लाह और उसके रसूल दे और बंदे के दरम्यान है। सुभान अल्लाह। तुसी अज कोशिश करो ना कि नात लिखो, कभी नहीं लिख सकते जिस तक तुहानू आमद नहीं होएगी। कभी आमद इस तरह होती कि तुहाडे जहन ते एक बढ़िया बढ़ाया मिसरा आ जाता है, सुभान अल्लाह। फिर उससे अगे तुसी और लिखते जाते हो कैफियत। बस ये मामलात इस तरह। ठीक, साढ़े नाल मौजूद ने नसीम सहर साहब, शायर ने, अदीब ने, मुतरजम ने। रावलपिंडी च इन्हां दी पैदाइश हुई, इत्थे जंपल, फिर इत्थे ही इन्हां ने मुढ़ली तलीम ते आला तलीम हासिल की। फिर इन्हां ने दस्सिया कि सऊदी अरब रहे ने, काफ़ी वरे उत्थे मुलाजमत की। नसीम सहर साहब तुसीं साडे सुनन वालियां नूं इह भी दस्सो कि पहली मुलाजमत जिहड़ी तुसीं कीती। जी बहुत अच्छी गल है जी सर जी। पहली मुलाजमत तो वही पहले दी गल्लां तुहानूं दसदे हां जी जरूर। कि आम लोग अपने माजी के बारे गल्लां करना पसंद नहीं करते, लेकिन मैट्रिक पास करने तो बाद मैं अर्ज किया सी ना साढ़े हालात ऐसे सी कि कोई ना कोई नौकरी जरूरी सी। ते सरकारी नौकरी दी अजे मेरा कोई 1.5 साल घट सी ना उम्र, 16.5 साल सी। वो कहते सी जी 18 साल तो पहले सरकारी नौकरी नहीं मिलती। चुनाव 1.5 साल मैं इधर प्राइवेट कुछ नौकरियां शुक्रियाँ करता रहा। तो उस दरम्यान मैं टाइप सीखी, टाइप राइटिंग तो बाद एज ए टाइपिस्ट नौकरी की थी, नाल शॉर्ट हैंड सीखी। फिर मैं वजारत खजाना च हो गया। अच्छा, वजारत खजाना च मैं स्टेनो टाइपिस्ट की हैसियत नाल मुलाजम होया। और उस तो बाद कोई सरकारी होंदे प्रोफैशनल टेस्ट होंदे वो मैं पास करता गया और सीनियरिटी मिलती गई, मैंने उस स्टेनोग्राफर बन गया। उस तो बाद एक और टेस्ट होंदा सी जिसनूं करन दा नाल तुहानूं सिलैक्शन ग्रेड मिल जाता है जी, और एक और ग्रेड उत्ते हो जाता है। तो इस तरह अल्लाह का शुक्र है मेरी सीनियरिटी इतनी हो गई सी कि मेरे तो ज़्यादा मुलाजमत वाले लोग
ਮੇਰੇ ਤੋਂ ਪਿੱਛੇ ਰਹਿ ਗਏ ਸੀ ਵਾਹ ਔਰ ਮੈਨੂੰ ਵਜ਼ੀਰ ਖਜ਼ਾਨਾ ਦਾ ਪੀਏ ਵੀ ਲਗਾ ਦਿੱਤਾ ਗਿਆ ਮਾਸ਼ਾਅੱਲਾ। ਲੇਕਿਨ ਬੰਦੇ ਨੂੰ ਕਦੀ ਜ਼ਾਹਿਰ ਅੱਗੇ ਜਾਣ ਦਾ ਜਿਹੜਾ ਜਜ਼ਬਾ ਹੁੰਦਾ ਨਾ, ਮੇਰੇ ਤਾਂ ਵੀ ਐ ਸੀ ਕਿ ਜੀ ਇਹ ਮੇਰਾ ਐਂਡ ਨਹੀਂ। ਜਜ਼ਬਾ ਵੀ ਸੀ ਤੇ ਰੱਬ ਦਾ ਕਰਮ ਵੀ ਸੀ। ਜੀ ਰੱਬ ਇਹ ਵੀ ਹੁੰਦਾ ਦੋਨੋਂ ਜੀ ਜੀ ਅੱਲਾਹ ਦਾ ਕਰਮ ਇਹ ਹੋਇਆ ਕਿ ਮੈਂ ਕੌਮੀ ਅਸੈਂਬਲੀ 'ਚ ਅਪਲਾਈ ਕੀਤਾ ਰਿਪੋਰਟਰ ਦੀ ਜੌਬ ਵਾਸਤੇ। ਉਹ ਬੜੀ ਅੱਛੀ ਜੌਬ ਹੁੰਦੀ ਹੈ, ਸਰਕਾਰੀ ਰਿਪੋਰਟਰ ਹੁੰਦਾ ਹੈ ਜਿਹੜਾ ਪੂਰੀ ਕੌਮੀ ਅਸੈਂਬਲੀ ਦੀ ਕਾਰਵਾਈ ਲਿਖਦਾ ਹੈ। ਤੇ ਉੱਥੇ ਮੇਰੀ ਅਪਾਇੰਟਮੈਂਟ ਹੋ ਗਈ ਸਨ 72 ਵਿੱਚ। ਸਨ 72 ਤੋਂ ਲੈ ਕੇ 80 ਤੱਕ ਇੱਕ ਬੜਾ ਅਜੀਬੋ ਗਰੀਬ ਪੀਰੀਅਡ ਸੀ, ਸਿਆਸੀ ਲਿਹਾਜ਼ ਨਾਲ ਵੀ। ਮਾਰਸ਼ਲ ਲਾ ਵੀ ਦੇਖਿਆ, ਫਿਰ ਭੁੱਟੋ ਸਾਹਿਬ ਦੀ ਹਕੂਮਤ ਵੀ ਦੇਖੀ, ਭੁੱਟੋ ਸਾਹਿਬ ਨੂੰ ਫਾਂਸੀ ਵੀ ਦੇਖੀ, ਸਭ ਕੁਝ ਮਤਲਬ ਇਸ ਤਰ੍ਹਾਂ ਦੇ ਕਵਰ ਕੀਤਾ ਸਾਰੇ ਮਾਮਲਾ ਤੁਸੀਂ। 1980 ਚ ਮੈਂ ਇੱਕ ਜਗ੍ਹਾ ਅਪਲਾਈ ਕੀਤਾ ਸੀ ਸਾਊਦੀ ਅਰਬ। ਉੱਥੋਂ ਕਾਲ ਆਈ ਤੇ ਇੰਟਰਵਿਊ ਵਾਸਤੇ ਬੁਲਾਇਆ ਗਿਆ। ਉਸ ਤੋਂ 2 ਜਾਂ 3 ਮਹੀਨੇ ਬਾਅਦ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਅਪਾਇੰਟਮੈਂਟ ਹੋ ਗਈ, ਆਓ ਜੀ। ਬਸ ਉਸ ਤੋਂ ਬਾਅਦ 30-31 ਸਾਲ ਉੱਥੇ ਹੀ ਰਹੇ। ਅੱਲਾ ਦਾ ਬੜਾ ਕਰਮ ਹੋਇਆ। ਮੈਂ ਸਮਝਦਾ ਕਿ ਨੌਕਰੀ ਮਿਲਣਾ ਸਰਕਾਰ ਹਜ਼ੂਰ ਦਾ ਬੁਲਾਵਾ ਸੀ ਕਿ ਆਓ ਮੇਰੇ ਕੋਲ। ਵਾਹ ਵਾਹ, ਅੱਲਾ ਦਾ ਬੜਾ ਕਰਮ ਹੈ। ਤੇ ਨਸੀਮ ਸਹਿਰ ਸਾਹਿਬ, ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਤੁਸੀਂ ਸ਼ਾਇਰੀ ਵੱਲ ਕਿਵੇਂ ਆਏ, ਅਦਬ ਵੱਲ ਕਿਵੇਂ ਰੁਝਾਨ ਪੈਦਾ ਹੋਇਆ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਸ਼ਾਇਰੀ ਦੀ ਤਰਫੋਂ ਇਹ ਸਮਝ ਲਓ ਕਿ ਮੇਰੇ ਜੀਨ ਜੀ ਸੀ ਸ਼ਾਇਰੀ, ਕਿਉਂਕਿ ਇਹ ਤਾਂ ਕਹਿੰਦੇ ਨੇ ਕਿ ਸ਼ਾਇਰ ਦਾ ਬੇਟਾ ਜ਼ਰੂਰੀ ਕਿ ਸ਼ਾਇਰ ਹੋਏ। ਮੇਰੇ ਵਾਲਿਦ ਸਾਹਿਬ ਨੂੰ ਤੇ ਲਿਖਣਾ ਵੀ ਮੁਸ਼ਕਿਲ ਨਾਲ ਹੀ ਆਉਂਦਾ ਸੀ, ਲੇਕਿਨ ਮੇਰੇ ਮਾਮੂ ਜੀ ਜਿਹੜੇ ਸੀ ਅਬਦੁਲ ਅਜ਼ੀਜ਼ ਫਿਤਰਤ ਸਾਹਿਬ, ਉਹ ਪਠਵਾਰ ਦੇ ਇਲਾਕੇ ਦੇ ਇਤਨੇ ਵੱਡੇ ਸ਼ਾਇਰ ਸੀ ਕਿ ਸ਼ਾਇਰ ਪਠਵਾਰ ਕਹਿਲਾਉਂਦੇ ਸੀ ਅਬਦੁਲ ਅਜ਼ੀਜ਼ ਫਿਤਰਤ। ਤੇ ਉਹ ਉਸੇ ਗਲੀ 'ਚ ਰਹਿੰਦੇ ਸੀ ਜਿਸ ਮੈਂ ਰਹਿੰਦਾ ਸੀ, ਤੇ ਉਹਨਾਂ ਦੇ ਘਰ ਦੁਨੀਆ ਭਰ ਦੇ ਸ਼ਾਇਰ ਆਉਂਦੇ ਸੀ। ਬਿਫੋਰ ਪਾਰਟੀਸ਼ਨ ਤੋਂ ਬਾਅਦ, ਬਿਫੋਰ ਪਾਰਟੀਸ਼ਨ ਜਿਹੜੇ ਲੋਕ ਆਉਂਦੇ ਸੀ ਨਾ, ਪਾਰਟੀਸ਼ਨ ਤੋਂ ਬਾਅਦ ਵੀ ਉਹ ਲੋਕ ਆਉਣ ਲੱਗ ਪਏ ਔਰ ਬੜੀ ਅੱਛੀਆਂ ਮੁਲਾਕਾਤਾਂ ਹੁੰਦੀਆਂ ਸੀ ਉੱਥੇ। ਮੈਂ ਜਾ ਕੇ ਕਦੀ ਕਦੀ ਦੇਖਦਾ ਸੀ, ਮੁਸ਼ਾਇਰਿਆਂ ਦੇ ਮਾਹੌਲ ਦੇਖਦਾ ਸੀ, ਔਰ ਮੈਨੂੰ ਖੁਦ ਸ਼ੁਰੂ ਦਾ ਪੜ੍ਹਨ ਦਾ ਬਹੁਤ ਜ਼ਿਆਦਾ ਦਿਲਚਸਪੀ ਸੀ, ਬਹੁਤ ਜ਼ਿਆਦਾ ਪੜ੍ਹਿਆ। ਔਰ ਸ਼ਾਇਰੀ ਦਾ ਸ਼ੌਕ ਮੈਂ 5ਵੀਂ ਜਾਂ 6ਵੀਂ ਕਲਾਸ ਵਿੱਚ ਸੀ ਤੇ ਮੈਂ ਸਮਝਿਆ ਕਿ ਮੈਂ ਸ਼ਾਇਰ ਬਣ ਗਿਆ। ਸਮਝਿਆ ਤੇ ਬਣਿਆ ਨਹੀਂ ਸੀ, ਲੇਕਿਨ ਮੈਂ ਸਮਝ ਗਿਆ ਕਿ ਮੈਂ ਬਣਿਆ ਸ਼ਾਇਰ। ਮੈਂ ਕਾਪੀਆਂ ਤੇ ਕਾਪੀਆਂ ਲਿਖਣੀਆਂ ਸ਼ੁਰੂ ਕਰਤੇ ਜਨਾਬ, ਬਕੌਲ ਆਪਣੀ ਗਲਤ ਫਹਿਮੀ ਦੇ ਤਹਿਤ ਸ਼ੇਰ ਸਮਝ ਕੇ ਲਿਖਦਾ ਗਿਆ। 8-10 ਸਾਲ ਦੇ ਬਾਅਦ, ਮੈਟ੍ਰਿਕ ਤੋਂ ਬਾਅਦ, ਜਿਸ ਵਕਤ ਮੈਂ ਫਾਜ਼ਿਲ ਪੰਜਾਬੀ ਕੀਤਾ ਨਾ, ਤੇ ਸੂਫੀ ਸ਼ੁਰਾ ਦਾ ਸਾਰਾ ਕਲਾਮ 22 ਕਿਤਾਬਾਂ ਹੁੰਦੀਆਂ ਸੀ, ਸਾਰੀਆਂ ਪੜ੍ਹੀਆਂ। ਇਸ ਤਰ੍ਹਾਂ ਅੱਛਾ ਤੁਹਾਨੂੰ ਪਤਾ ਹੈ ਸ਼ੇਰ ਪੜ੍ਹਨ ਦਾ ਵੀ ਇੱਕ ਸਲੀਕਾ ਹੁੰਦਾ ਹੈ। ਜੀ ਜੀ। ਅਸੀਂ ਸ਼ੁਰੂ ਸ਼ੇਰ ਇੰਝ ਹੀ ਪੜ੍ਹਦੇ ਸੀ ਜਦ ਅਖਬਾਰ ਦੀ ਖਬਰ ਪੜ੍ਹ ਰਹੇ ਹਾਂ। ਅੱਛਾ ਜਿਸ ਵਕਤ ਇੱਕ ਦਿਨ ਮੈਂ ਪੜ੍ਹ ਰਿਹਾ ਸੀ ਨਾ, ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਯਾਰ ਇਸ ਤਰ੍ਹਾਂ ਨਹੀਂ ਪੜ੍ਹਨਾ, ਇਸ ਤਰ੍ਹਾਂ ਪੜ੍ਹਨਾ। ਉਸ ਵਕਤ ਮੈਂ ਪੜ੍ਹਿਆ ਤੇ ਮੇਰੇ ਤੇ ਇੱਕਦਮ ਜਿਸ ਤਰ੍ਹਾਂ ਆਫਾਕ ਰੋਸ਼ਨ ਹੋ ਗਏ ਕਿ ਜਨਾਬ ਇਹ ਵਜ਼ਨ ਹੁੰਦਾ ਹੈ, ਇਹ ਬੈਰ ਹੁੰਦੀ ਹੈ। ਵਾਹ ਵਾਹ। ਚੁਨਾਂਚੇ ਮੈਂ ਪਹਿਲਾ ਕੰਮ ਇਹ ਕੀਤਾ ਕਿ ਵਾਪਸ ਮੈਂ ਕਾਲਜ ਵਿੱਚ ਬੈਠਾ ਸੀ ਉਸ ਦਿਨ, ਤੇ BA ਦੀ ਕਲਾਸ ਹੋ ਰਹੀ ਸੀ ਤੇ ਘਰ ਆ ਕੇ ਮੈਂ ਪੁਰਾਣੀਆਂ ਸਾਰੀਆਂ ਕਿਤਾਬਾਂ ਬਿਆਜ਼ਾਂ ਫਾੜ ਦਿੱਤੀਆਂ ਜਿਨ੍ਹਾਂ ਨੂੰ ਮੈਂ ਪਹਿਲੇ ਸ਼ਾਇਰੀ ਸਮਝਦਾ ਸੀ। ਉੱਥੋਂ ਫਿਰ ਮੇਰੇ ਸ਼ਾਇਰੀ ਨੇ ਆਵਾਜ਼ ਕੀਤੀ। ਸੂਫੀਆ ਨੂੰ ਤੁਸੀਂ ਪੜ੍ਹਿਆ? ਹਾਂ, ਬਾਬਿਆਂ ਦੇ ਕਲਾਮ ਨੂੰ, ਸੂਫੀਆ ਦੇ ਕਲਾਮ ਨੂੰ ਪੜ੍ਹਿਆ ਤੁਸੀਂ? ਮਾਸ਼ਾਅੱਲਾ ਜੀ, ਬੜਾ ਮੁਤਾਸਰ ਹੋ ਕੇ ਜੀ। ਔਰ ਮੇਰਾ ਖਿਆਲ ਹੈ ਕਿ ਮੇਰੀ ਸ਼ਾਇਰੀ 'ਚ ਹੁਣ ਵੀ ਉਹ ਕੈਫੀਅਤ ਤੁਹਾਨੂੰ ਮਹਿਸੂਸ ਹੋਣਗੀਆਂ ਜਿਹੜੀਆਂ ਕਿ ਸੂਫੀਆਂ ਦੇ ਹੁੰਦੀਆਂ। ਵਾਹ। ਤੇ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਸਾਡੇ ਨਾਲ ਮੌਜੂਦ ਨੇ ਨਸੀਮ ਸਹਿਰ ਸਾਹਿਬ। ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਲਓ 051 92 521 ਤੇ। ਨਸੀਮ ਸਹਿਰ ਸਾਹਿਬ, ਤੁਸੀਂ ਅਦਬ ਨੂੰ ਆਪਣੀ ਹਯਾਤੀ ਦਾ ਮਕਸਦ ਬਣਾਇਆ ਤੇ ਅੱਜ ਅਦਬ ਦੀ ਦੁਨੀਆ ਦੇ ਤੁਸੀਂ ਉਸਤਾਦਾਂ ਦੇ ਵੀ ਉਸਤਾਦ ਹੋ ਤੇ ਰੱਬ ਦਾ ਬੜਾ ਕਰਮ ਹੈ ਤੁਹਾਡੇ ਤੇ ਤੁਸੀਂ ਇਹ ਦੱਸੋ ਕਿ ਕੋਈ ਅਜਿਹਾ ਸ਼ਾਗਿਰਦ ਤੁਹਾਨੂੰ ਮਿਲਿਆ ਹੋਵੇ ਜਿਹਨੂੰ ਵੇਖ ਕੇ ਤੁਸੀਂ ਮਹਿਸੂਸ ਕੀਤਾ ਹੋਵੇ ਕਿ ਇਹਦੇ ਵਿੱਚ ਉਹ ਤੁਹਾਡੇ ਵਾਲੀਆਂ ਗੱਲਾਂ, ਤੁਹਾਡੇ ਵਾਲਾ ਟੈਲੈਂਟ? ਪਹਿਲੀ ਗੱਲ ਤੇ ਕਿ ਤੁਸੀਂ ਮੈਨੂੰ ਕਿਹਾ ਨਾ ਕਿ ਉਸਤਾਦਾਂ ਦੇ ਵੀ ਉਸਤਾਦ ਹੋ, ਲੇਕਿਨ ਮੈਂ ਸਮਝਦਾ ਕਿ ਮੈਂ ਹੁਣ ਵੀ ਇੱਕ ਸ਼ਾਗਿਰਦ ਹਾਂ। ਕੋਈ ਆਦਮੀ, ਕੋਈ ਸ਼ਾਇਰ ਆਪਣੇ ਆਪ ਨੂੰ ਪਰਫੈਕਟ ਸਮਝਦਾ ਤੇ ਉਸਦਾ ਜ਼ਵਾਲ ਸ਼ੁਰੂ ਹੋ ਜਾਂਦਾ ਜੀ। ਮੈਂ ਹੁਣ ਵੀ ਪੜ੍ਹਦਾ, ਬਹੁਤ ਸਾਰੀਆਂ ਰਸਾਲੇ ਪੜ੍ਹਦਾ, ਕਿਤਾਬਾਂ ਪੜ੍ਹਦਾ ਔਰ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦਾ। ਜਿੱਥੇ ਤੱਕ ਸ਼ਾਗਿਰਦਾਂ ਦਾ ਤਾਲੁਕ ਹੈ, ਸ਼ਾਗਿਰਦ ਤੇ ਮੇਰੇ ਸਾਊਦੀ ਅਰਬ ਵੀ ਬਹੁਤ ਸੀ। ਐਸੇ ਵੀ ਹਨ ਕਿ ਹੁਣ ਵੀ ਮੈਨੂੰ ਫੇਸਬੁੱਕ ਤੇ ਜਾਂ WhatsApp ਤੇ ਆਪਣਾ ਕਲਾਮ ਭੇਜਦੇ ਨੇ, ਉਹ ਮੈਂ ਇਸਲਾਹ ਕਰਕੇ ਭੇਜਦਾ। ਇੱਥੇ ਦੇ ਵੀ ਕੁਛ ਲੋਕ ਹੈ, ਲੇਕਿਨ ਅਜੇ ਤੱਕ ਉਹ ਬੰਦਾ ਮੈਂ ਸ਼ਨਾਖਤ ਨਹੀਂ ਕਰ ਸਕਿਆ ਜਿਹੜਾ
अगर मेरा कोई मुकाम है जी। तो उस मुकाम की तरफ उसका सफर होया। ठीक ठीक हो गया। ਤੇ ਸੁਣਨ ਵਾਲੇ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਨਸੀਮ ਸਹਿਰ ਸਾਹਿਬ, ਤੇ ਆਓ ਇੱਕ ਗੀਤ ਸੁਣਨੇ ਆ, ਫਿਰ ਪਰਤ ਕੇ ਆਨੇ ਆ ਵਾਪਸ। ਵਾਹ। ਤੇ ਸਲੀਮ ਰਾਜਾ ਹੋਰਾਂ ਨੇ ਸਾਨੂੰ ਮੈਸੇਜ ਕੀਤਾ, ਉਹ ਕਹਿੰਦੇ ਨੇ ਤੁਸੀਂ ਕੋਈ ਮਾਇਆ ਨੂੰ ਸੁਣਾਇਆ। ਤੇ ਸਲੀਮ ਰਾਜਾ ਸਾਹਿਬ ਤੁਹਾਨੂੰ ਮਾਇਆ ਜ਼ਰੂਰ ਸੁਣਾਉਂਦੇ ਆ। ਉਹਨੇ ਕਿਹਾ ਕਿ ਕੋਈ ਸੋਹਣਾ ਚੋਲਾ ਪਾ ਮਾਇਆ, ਕੋਈ ਸੋਹਣਾ ਚੋਲਾ ਪਾ ਮਾਇਆ, ਇਹੋ ਮੇਰਾ ਜੀ ਆਖਦਾ ਐਸ ਈਦ ਤੇ ਆ ਮਾਇਆ। ਪਰਤ ਕੇ ਆ ਗਏ ਵਾਪਸ। ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਮੈਂ ਨਾਸਿਰ ਅਹਿਮਦ, ਤੇ ਅੱਜ ਸਾਡੇ ਲਈ ਬੜੇ ਮਾਣ ਤੇ ਬੜੇ ਇਜ਼ਾਜ਼ ਦੀ ਗੱਲ ਹੈ, ਸਾਡੇ FM ਪੰਜਾਬ ਰੰਗ ਦੇ ਵਿਹੜੇ 'ਚ ਇੱਕ ਬੜੀ ਉੱਚੀ, ਬੜਾ ਮੋਤਬਰ ਤੇ ਬੜਾ ਵੱਡਾ ਨਾਂ ਜਨਾਬ ਨਸੀਮ ਸਹਿਰ ਸਾਹਿਬ ਸਾਡੇ ਨਾਲ ਮੌਜੂਦ ਨੇ, ਸ਼ਾਇਰ ਨੇ, ਅਦੀਬ ਨੇ। ਤੁਸੀਂ ਵੀ 0519291 ਤੇ ਮੈਸੇਜ ਕਰ ਲਓ। ਬਹੁਤ ਸਾਰੇ ਲੋਕੀ ਸਾਡੇ ਨਾਲ ਰਾਬਤਾ ਕਰ ਰਹੇ ਨੇ। ਸੁਹਾਨ ਤੋਂ ਸ਼ਫੀਕ ਸਾਹਿਬ ਨੇ ਸਾਨੂੰ ਮੈਸੇਜ ਕੀਤਾ ਹੈ, ਤੇ ਨਸੀਮ ਸਹਿਰ ਸਾਹਿਬ ਤੁਹਾਨੂੰ ਸਲਾਮ ਦੇ ਰਹੇ ਨੇ, ਔਰ ਤੁਹਾਡੇ ਕਲਾਮ ਨੂੰ, ਤੁਹਾਡੀ ਗੱਲਾਂ ਨੂੰ ਪਸੰਦ ਕਰ ਰਹੇ ਨੇ। ਤੇ ਨਸੀਮ ਸਾਹਿਬ, ਅਸੀਂ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਜਿਲੇ ਤੁਸੀਂ ਲਿਖਣਾ ਸ਼ੁਰੂ ਕੀਤਾ ਤੇ ਤੁਸੀਂ ਕਿਹੜੇ ਸ਼ੋਰਾ ਤੋਂ ਉਸ ਜ਼ਮਾਨੇ 'ਚ ਮੁਤਾਸਰ ਹੋਏ ਹੋ? मुतासिर तो जनाब, चूँकि मेरा ज़्यादा जोर मुताले ते भी हुंदा सी जी, ते साता नूं पढ़िया और अपने अहद दे शुरा नूं पढ़िया। मज़ार च ज़मीर जाफरी साहब साडे बड़े बुजुर्ग सी, इन्हां सारा नूं पढ़िया। और जिथे तक तल्लुक है ना मुतासिर होने दा, बाज़ औकात तुसीं दावा कर सकते हो कि फलां शायर तो तुसीं मुतासिर होए, लेकिन बाज़ औकात तुहानूं एहसास नहीं हुंदा, लेकिन नकात तुहाडा कलाम पढ़ के फैसला कर देन कि जनाब इन्हां दी शायरी च फलां शायर दा अक्स मिलदा है। ठीक है ना? तो इस लिहाज नाल मैं दावा नहीं करता कि मैं किस को मुतासर हुआ, लेकिन मेरे नकादा ने क्या है कि इन्हां दी शायरी च मीर तकी मीर दा रंग है। वाह। और उस तो बाद साडे डॉक्टर कलीम आजिद साहब इंडिया दे बहुत वड्डे शायर सी, उन्हां दी शायरी च जिहड़ी गमो अलम दी कैफियत सी। कुछ दोस्तों ने कहा जनाब तुहाडी शायरी च भी ये मामलात चलदे न। और जिथे तक तल्लुक के हमद और नात दा, मैं सब तो बड़ा मेरी खुशकिस्मती ये सी कि जेड़े हफीज़ ताइब साहब सी, उन्होंने मैं बड़ा पढ़िया भी सी। और एक दो दफ़ा ऐसा मौका मिला कि वो सऊदी अरब तशरीफ ले आए, 6-7 दिन साढ़े नाल रहे, दोस्तों के घर क्याम से उन्होंने रोज़ाना महफल होंदी सी। और मेरी शायरी च और मेरी नात च उन्होंने भी असर है, अल्लाह का बड़ा शुक्र है। और जिथे तक उर्दू शायरी का तल्लुक है, उर्दू शायरी च मैं कासमी साहब, डॉक्टर वजीर आगा, ऐसे लोगों को बड़ा पढ़िया, मुलाकात भी इन्होंने सब नाल है। और मेरा ख्याल है कि किधरे न किधरे उन्होंने किताबों का या उन्होंने अशार का परतो मिलता मेरी शायरी। जॉन एलिया साहब नाल भी तुहाडी मुलाकात? जॉन एलिया साहब नाल ते बहुत ज़्यादा मुलाकातां सी, अगरचे जॉन एलिया दे डिक्शन नूं और लफ्ज़ियात नूं मैं फॉलो नहीं कर सकिया। वो अपने एक अलग चीज़ सी, बहुत खूबसूरत शायर सी। और सब तो बड़ी गल है कि मेरे नाल बड़े लोग तो बड़े कहते ना जी ज़ाती तल्लुक तो बड़ा दावा करते हैं, लेकिन मैंने बहुत खूबसूरत याद ने कि वो एक पर्चा निकालते सी, वो तो ज़्यादा इना कराचियों आलमी डाइजेस्ट, पहले उसका नाम सी आलमी इंशा डाइजेस्ट, खालिस अदब सी। बाद वो आलमी डाइजेस्ट हो गया तो कहानियां छानियां। तो मैं उस जमाने च शौक रखता सी कहानियां तर्जमा करन दा। वो कहानियां भेजियां, उन्होंने शेयर कीतियां, फोन से गलबात हुई, फिर एक लिहाज नाल दोस्ती हो गई। मैं कराची गया, 2-3 दिन उन्होंने को ठहरिया, रही संभवी साल मुलाकात उन्होंने वड्डे पाई सी, सैयद मोहम्मद तकी साहब उन्होंने वड्डे पाई सी। फिर जॉन साहब नाल तो ऐसी दोस्ती हुई कि एक स्टेज आई कि वो पिंडी आए 2-3 दिन वास्ते, वो मेरे गरीब खाने ते ठहरे। वाह। उन्होंने लिया कि मैं पिंडी, इस्लामाबाद, हर जगह सैर की थी। बड़ा मासूम आदमी सी, यानी उन्होंने बारे बहुत सारिया गल्लां मशहूर ने उन्होंने जरा ना मजाज के बारे च, लेकिन मैं उन्होंने देखा कि बहुत सच्चा और खरा आदमी सी। ठीक। उन्होंने शायरी में तुसी पढ़ो तो महसूस होता है कि उन्होंने वही गल की जो उन्होंने दिल च। सही, माशाअल्लाह। अच्छा नसीम सहर साहब, तुसी अपनी हयाती का एक बहुत लंबा जड़ा अरसा है, लगभग 30 वरे तुसी सऊदी अरब च गुजारे ने, अल्हम्दुलिल्लाह, ते उत्थे तुसी उर्दू अदब ते पंजाबी अदब दे तरवीज लई ते वादे लई बड़ा काम कीता है। जी। ते जरा उन्हां महफिलां बारे दसो, मेहमानां बारे, शायरां बारे, जी बिल्कुल, उस माहौल बारे साडे सुनने वाले नूं दसो। गल है जी कि 30 साल
ਸਾਨੂੰ ਇੱਕ ਬੜਾ ਫਾਇਦਾ ਇਹ ਸੀ ਕਿ ਸਾਊਦੀ ਅਰਬ ਵਿੱਚ ਆਉਣ ਦੀ ਹਸੀਅਤ ਵਿੱਚ ਸਿਰਫ ਪਾਕਿਸਤਾਨੀ ਸ਼ੋਰਾ ਨਾਲ ਨਹੀਂ ਬਲਕਿ ਦੁਨੀਆ ਸਾਰੀ ਦੇ ਜਿਹੜੇ ਉਰਦੂ ਪੰਜਾਬੀ ਦੇ ਸ਼ੋਰਾ ਸੀ ਹਿੰਦੁਸਤਾਨ ਤੋਂ ਜਿਹੜੇ ਆਉਂਦੇ ਸੀ ਉਹਨਾਂ ਨਾਲ ਵੀ ਸਾਡਾ ਇੰਟਰੈਕਸ਼ਨ ਹੁੰਦਾ ਸੀ। ਬੇਸ਼ੁਮਾਰ ਮੁਸ਼ਾਇਰੇ ਸੀ ਇਕੱਠੇ ਪੜ੍ਹੇ ਔਰ ਇੱਕ ਤੋਂ ਇੱਕ ਵੱਡਾ ਸ਼ਹਿਰ ਇੰਡੀਆ ਦਾ ਔਰ ਇੰਡੀਆ ਐਮਬੈਸੀ ਵਾਲੇ ਸਾਲ ਦੇ ਵਿੱਚ 2 ਮੁਸ਼ਾਇਰੇ ਕਰਾਉਂਦੇ ਸੀ। ਤਕਰੀਬਨ ਕੁਝ ਮੁਸ਼ਾਇਰਿਆਂ 'ਚ ਸਾਨੂੰ ਬਤੌਰ ਮਹਿਮਾਨ ਬੁਲਾਇਆ ਜਾਂਦਾ ਸੀ, ਕੁਝ ਮੁਸ਼ਾਇਰੇ 'ਚ ਬਤੌਰ ਸ਼ਾਇਰ ਵੀ ਅਸੀਂ ਸ਼ਿਰਕਤ ਕੀਤੀ। ਔਰ ਇਸ ਤੋਂ ਇਲਾਵਾ ਜਿਹੜੇ ਸ਼ਾਇਰ ਆਉਂਦੇ ਸੀ ਨਾ ਪਾਕਿਸਤਾਨ ਜਾਂ ਇੰਡੀਆ ਤੋਂ ਉਹਨਾਂ ਦੇ ਆਜ਼ਾਦ ਵਿੱਚ ਪ੍ਰਾਈਵੇਟ ਮਹਿਫਲ ਹੁੰਦੀਆਂ ਸੀ। ਮੈਂ ਖੁਦ ਮੈਨੂੰ ਆਜ਼ਾਦ ਹਾਸਲ ਹੈ, ਇੱਕ ਉਰਦੂ ਤੰਜ਼ੀਮ ਸੀ ਨਾ ਜੀ, ਤੇ ਉਸ ਦੇ ਤਹਿਤ ਅਸੀਂ ਬੇਸ਼ੁਮਾਰ ਮੁਸ਼ਾਇਰੇ ਕੀਤੇ। ਠੀਕ, ਉਸ ਵਿੱਚ ਇਹਨਾਂ ਨੂੰ ਬੁਲਾਉਂਦੇ ਸੀ, ਪਰਚਾ ਵੀ ਕੱਢਿਆ। ਫਿਰ ਬਹੁਤ ਬਾਅਦ ਵਿੱਚ ਇੱਕ ਅਸੀਂ ਤੰਜ਼ੀਮ ਬਣਾਈ ਜਿਹੜੀ ਕਿ ਹਮਦ ਔਰ ਨਾਤ ਦੇ ਬਾਰੇ ਨਾਲ ਸੀ, ਉਸ ਨਾਲ ਵੀ ਬੜੀਆਂ ਇੰਡੀਆ ਦੇ ਵੀ ਸ਼ਾਇਰ ਆਉਂਦੇ ਸੀ। ਤਕਰੀਬਨ ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ 'ਚ ਨੌਕਰੀ ਤੋਂ ਇਲਾਵਾ ਦੂਸਰੀ ਕਾਬਲੇ ਕਦਰ ਕਾਰਵਾਈ ਇਹ ਸੀ ਕਿ ਹਫ਼ਤੇ 'ਚ 1-2 ਦਿਨ ਸਾਡਾ ਕੋਈ ਨਾ ਕੋਈ ਹੁੰਦਾ ਸੀ ਅਦਬੀ ਹਵਾਲੇ ਨਾਲ। ਠੀਕ, ਨਸੀਮ ਅਨਵਰ ਸਾਹਿਬ, ਤੁਸੀਂ ਇੱਕ ਜ਼ਿੰਦਗੀ ਦਾ ਜਿਹੜਾ ਲੰਮਾ ਅਰਸਾ ਹੈ ਆਪਣੇ ਰੋਜ਼ਗਾਰ ਦੇ ਨਾਲ ਤੁਸੀਂ ਅਦਬ ਨਾਲ ਜੁੜੇ ਰਹੇ ਹੋ। ਤੁਸੀਂ ਹਮਦ ਵੀ ਲਿਖੀ, ਨਾਤ ਵੀ ਲਿਖੀ, ਤੁਸੀਂ ਗਜ਼ਲ ਨਜ਼ਮ ਵੀ ਲਿਖੀ, ਪੰਜਾਬੀ ਸ਼ਾਇਰੀ ਵੀ ਕੀਤੀ, ਹਾਇਕੋ ਦੇ ਬਾਰੇ ਵੀ ਅਸੀਂ ਤੁਹਾਡੇ ਕੋਲ ਅੱਜ ਪੁੱਛਾਂਗੇ ਕਿਉਂਕਿ ਬਹੁਤ ਸਾਰੇ ਲੋਕੀ ਜਿਹੜੇ ਨੇ ਇਹਦੇ ਬਾਰੇ ਇਸ ਸਿਨਫ ਦੇ ਬਾਰੇ ਨਹੀਂ ਜਾਣਦੇ। ਲੇਕਿਨ ਸਭ ਤੋਂ ਪਹਿਲੇ ਸਾਡੇ ਸੁਣਨ ਵਾਲਿਆਂ ਨੂੰ ਜਦੀਦ ਸ਼ਾਇਰੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਜਦੀਦ ਸ਼ਾਇਰੀ ਦੀ ਐਕਸਟੈਂਸ਼ਨ ਹੈ, ਮਤਲਬ ਇਹ ਸ਼ਾਇਰੀ ਤੇ ਜੋ ਵੀ ਕਰਦਾ ਅੱਜ ਜਿਹੜਾ ਸ਼ਾਇਰੀ ਕਰ ਰਿਹਾ ਉਹ ਆਪਣੇ ਨਜ਼ਦੀਕ ਜਦੀਦ ਹੀ ਸ਼ਾਇਰੀ ਕਰਦਾ, ਲੇਕਿਨ ਉਸਦੇ ਅੰਦਰ ਇੱਕ ਰੋਹ ਹੁੰਦੀ ਕਿ ਕੁਝ ਸ਼ਾਇਰਾਂ ਦਾ ਖਿਆਲ ਹੈ ਕਿ ਜੀ ਸਾਨੂੰ ਪੁਰਾਣੀ ਸ਼ਾਇਰੀ ਨੂੰ ਮਤਰੂਕ ਕਰਾਰ ਦੇ ਕੇ ਨਈ ਸ਼ਾਇਰੀ ਕਰਨੀ ਚਾਹੀਦੀ ਹੈ। ਔਰ ਮੇਰਾ ਖਿਆਲ ਹੈ ਕਿ ਸ਼ਾਇਰੀ ਵਿੱਚ ਕੋਈ ਹੱਦਬੰਦੀ ਬੜਾ ਮੁਸ਼ਕਿਲ ਹੈ, ਕਿਉਂਕਿ ਤੁਸੀਂ ਅਗਰ ਸ਼ਾਇਰੀ ਕਰੋਗੇ ਤਾਂ ਤੁਹਾਨੂੰ ਆਪਣੇ ਜਿਹੜਾ ਕਲਾਸੀਕਲ ਅਸਾਸਾ ਹੈ ਉਸ ਤੋਂ ਅਲੱਗ ਹੋ ਕੇ ਸ਼ਾਇਰੀ ਤੁਸੀਂ ਨਹੀਂ ਕਰ ਸਕਦੇ। ਤੁਸੀਂ ਇਹ ਦੇਖੋ ਕਿ ਹੁਣ ਦੀ ਸ਼ਾਇਰੀ 'ਚ ਇੱਕ ਬੜੇ ਸ਼ੌਰੀ ਤਰੀਕੇ ਨਾਲ ਅਰਬੀ ਔਰ ਫਾਰਸੀ ਅਲਫਾਜ਼ ਤੋਂ ਅਲੱਗ ਕੀਤਾ ਜਾ ਕੇ ਜਦੀਦ ਸ਼ਾਇਰੀ ਕੀਤੀ ਜਾ ਰਹੀ ਹੈ। ਤੁਸੀਂ ਆਪਣੇ ਅਸਾਸੇ ਤੋਂ ਕੱਟ ਕੇ ਸ਼ਾਇਰੀ ਨਹੀਂ ਕਰ ਸਕਦੇ, ਉਹ ਸਭ ਤੁਹਾਡੇ ਕੋਲ ਹੋਏਗਾ, ਉਸ ਨੂੰ ਨਾਲ ਲੈ ਕੇ ਅੱਗੇ ਚਲੋਗੇ ਤਾਂ ਨਈ ਸ਼ਾਇਰੀ ਹੋਏਗੀ, ਜਦੀਦ ਸ਼ਾਇਰੀ ਹੋਏਗੀ। ਦੂਸਰੀ ਗੱਲ ਹੈ ਕਿ ਜਦੀਦ ਸ਼ਾਇਰੀ ਜ਼ਰੂਰੀ ਨਹੀਂ ਕਿ ਮਿਆਰੀ ਲਿਹਾਜ਼ ਨਾਲ ਉਸ ਲੈਵਲ ਤੋਂ ਹੈ ਜਿਹੜੀ ਕਿ ਪੁਰਾਣੀ ਸ਼ਾਇਰੀ। ਚੁਨਾਂਚੇ ਤੁਸੀਂ ਕੋਈ ਅੱਛਾ ਸ਼ਾਇਰ ਜਿਹੜਾ ਨਾ ਇਹ ਕਦੀ ਨਹੀਂ ਸੋਚ ਕੇ ਸ਼ਾਇਰੀ ਕਰਦਾ ਕਿ ਜੀ ਮੈਂ ਜਦੀਦ ਸ਼ਾਇਰੀ ਕਰ ਰਿਹਾ, ਉਹ ਸ਼ੇਰ ਕਹਿੰਦਾ ਸ਼ੇਰ ਜਿਹੜਾ ਖਿਆਲ ਆ ਜਾਂਦਾ ਉਸਨੂੰ ਉਹ ਆਪਣੇ ਆਪ ਨੂੰ ਖੁਦ ਦੱਸਦਾ ਕਿ ਉਹ ਜਦੀਦ ਹੈ ਜਾਂ ਪੁਰਾਣਾ। ਠੀਕ, ਮੇਰਾ ਇਹ ਖਿਆਲ ਹੈ। ਨਸੀਮ ਸਾਹਿਰ ਸਾਹਿਬ, ਅਸੀਂ ਤੁਹਾਡੇ ਕੋਲ ਕਲਾਮ ਵੀ ਸੁਣਾਂਗੇ, ਗੱਲਬਾਤ ਦਾ ਸਿਲਸਿਲਾ ਵੀ ਜਾਰੀ ਰਹੇਗਾ, ਤੇ ਤੁਹਾਨੂੰ ਇੱਕ ਗੀਤ ਨਾ ਸੁਣਾਈਓ। ਜ਼ਰੂਰ ਸੁਣਾਓ ਜਨਾਬ। ਤੇ ਮਹਿੰਦੀ ਹਸਨ ਤੇ ਨੂਰਜਾਨ ਦੀ ਆਵਾਜ਼ 'ਚ ਗਾਇਆ ਗੀਤ है ना, चल चलिए दुनिया दे उस नुकरे। क्या बात है, क्या गीत सुनो फिर परत के आने वापस सुनते रहना FM पंजाब रंग 99.4। लो जी, परत के एक बार फिर तुहाडी खिदमत विच हाजिर हां मैं नासिर अहमद ते अज दे साडे प्रोणे जनाब नसीम सहर साहब ते गलबात दे सिलसिले नूं अगे वधाने आ। नसीम साहब शायर ने, अदीब ने, मुतरजम ने। तुसी भी मैसेज करो 051 ਤੇ ਨਸੀਮ ਸਾਹਿਬ ਸਾਨੂੰ ਇਹ ਦੱਸੋ ਕਿ ਤੁਸੀਂ ਪੂਰੀ ਦੁਨੀਆ ਘੁੰਮੀ, ਸਾਊਦੀ ਅਰਬ ਤੁਸੀਂ ਰਹੇ ਔਰ ਦੂਸਰੇ ਮੁਲਕਾਂ 'ਚ ਵੀ ਤੁਸੀਂ ਫਿਰੇ, ਤੇ ਤੁਸੀਂ ਉਰਦੂ ਪੰਜਾਬੀ ਅਦਬ ਦੀ ਜਿਹੜੇ ਅਸੀਂ ਗੱਲ ਕਰਨੇ ਆ ਤੇ ਆਲਮੀ ਸਤਹ ਤੇ ਤੁਸੀਂ ਕਿੱਥੇ ਖਲੋਤਾ ਵੇਖਦੇ ਹੋ, ਤੇ ਇਹਦੇ ਨਾਲ ਤੁਸੀਂ ਇਹ ਵੀ ਦੱਸੋ ਕਿ ਬਤੌਰ ਸ਼ਾਇਰ ਤੇ ਅਦੀਬ ਦੇ ਤੁਸੀਂ ਕੀ ਸਮਝਦੇ ਹੋ ਕਿ ਇੱਕ ਲਿਖਾਰੀ ਨੂੰ ਆਪਣੇ ਫਨ ਦੇ ਵਧਾਵੇ ਲਈ ਉਹ ਹੱਲਾਸ਼ੇਰੀ ਮਿਲਦੀ ਪਈ ਹੈ ਜਿਹਦਾ ਕਿ ਉਹ ਤਲਬਗਾਰ ਹੁੰਦਾ ਹੈ। ਅਸਲ ਵਿੱਚ ਜਿਸ ਵਕਤ ਆਪਣੇ ਫਨ ਦੀ ਤਲਬਗਾਰੀ ਦਾ ਤਾਲੁਕ ਹੈ ਨਾ, ਮੈਂ ਤੇ ਦੇਖਿਆ ਕਿ ਜੋ ਬੰਦਾ ਜੇ 2 ਸ਼ੇਰ ਲਿਖਦਾ ਨਾ ਉਹ ਸਮਝਦਾ ਜੀ ਮੈਂ ਇੱਕ ਅਜ਼ੀਮ ਸ਼ਾਇਰ ਬਣ ਗਿਆ ਔਰ ਮੇਰੀ ਕੌਮੀ ਸਤਹ ਤੇ ਬੈਨ ਅਲ-ਅਕਵਾਮੀ ਸਤਹ ਤੇ ਰਿਕੋਗਨੀਸ਼ਨ ਹੋਣੀ ਚਾਹੀਦੀ ਹੈ। ਲੇਕਿਨ ਜੈਨੂਇਨ ਸ਼ਾਇਰ ਦਾ ਜਾਂ ਜੈਨੂਇਨ ਕਲਮਕਾਰ ਦਾ ਮਕਸਦ ਇਹ ਹੁੰਦਾ ਹੈ ਕਿ ਉਹ ਲਿਖੇ ਔਰ ਇਸ ਨੂੰ ਵਕਤ ਛੋੜ ਦੇ ਕਿ ਜਨਾਬ ਮੈਨੂੰ ਇਸ ਨੂੰ ਕੋਈ ਰਿਕੋਗਨੀਸ਼ਨ ਮਿਲੀ ਕਿ ਨਹੀਂ ਮਿਲੀ। ਮੇਰੇ ਇੱਕ ਬਹੁਤ ਵੱਡੇ ਸ਼ਾਇਰ ਨੇ ਪਿੰਡੀ ਦੇ ਵੀ ਵੈਲ ਨੋਨ, ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ, ਲੇਕਿਨ ਉਹਨਾਂ ਨੇ ਮੈਨੂੰ ਕੋਈ 2-3 ਮਹੀਨੇ ਪਹਿਲੇ ਬੜੀ लंबी मुलाकात हुई, उर्दू स्पीकिंग सी। उन्होंने कहा नसीम आपका मसला ये है कि आप सेल्फ प्रोजेक्शन नहीं कर सकते, इसीलिए आपको वो रिकॉग्निशन नहीं मिली जो आपको मिलनी चाहिए। मैंने कहा जी अगर मैंने खुद रिकॉग्निशन लेनी है तो फिर क्या फ़ायदा उसका। मैंने सब कुछ अल्लाह पर छोड़ दिया, मेरा काम लिखना है।
अब ये कहाँ गिना जाता है, क्या इसकी ग्रेड होता है, ये वक्त बताएगा। जी नसीम साहब, ਤੁਸੀਂ ਆਪਣੀ ਗੱਲ ਨੂੰ ਜਾਰੀ ਕਰੋ। ਅਸਲ ਵਿੱਚ ਜਿਹੜੀ ਤੁਸੀਂ ਫਰਮਾਇਆ ਨਾ ਕਿ ਰਿਕੋਗਨੀਸ਼ਨ, ਜੀ ਉਹ ਮੇਰੇ ਇੱਕ ਬੜੇ ਦੋਸਤ ਸੀ, ਉਰਦੂ ਸਪੀਕਿੰਗ ਸੀ, ਤੇ ਇੱਕ ਜੁਮਲਾ ਮੈਂ ਉਰਦੂ ਚ ਕਹਾਂਗਾ ਕਿਉਂਕਿ ਉਹਨਾਂ ਦੀ ਜ਼ੁਬਾਨ ਵਿੱਚ ਹੈ। ਉਹਨੇ ਕਿਹਾ, नसीम आपकी रिकॉग्निशन इसलिए नहीं हो रही कि आप सेल्फ प्रोजेक्शन नहीं कर सकते। तो मैं उन्होंने जवाब दिया, जनाब के सेल्फ प्रोजेक्शन अगर बंदा खुद ही करेगा, सेल्फ प्रोजेक्शन का मतलब ही है खुद प्रोजेक्ट करे अपने आप ਨੂੰ, तो उसकी शायरी का फायदा की, शायरी के अंदरों बंदा बोले और दूसरे उसको रिकॉगनाइज करन ते शायरी होंदी है। तो मेरा ख्याल है कि ਜਿਹੜੇ शायर ये समझते ना कि वो चाहे एक गज़ल लिखन लेकिन 10 जगह छपवा के और फेसबुक से जाके वाह वाह करवान, दोस्तों ने फोन करके कहन के जनाब इस ते तुसी लाइक करो, तो ये अफसोसनाक गल है जी। ये नहीं होना चाहिए। ये मैनू पता है कि ਹਾਲਾਂਕਿ ਮਿਆਰੀ ਸ਼ਾਇਰੀ ਤੇ ਜਿਹੜੇ ਛਪਦੀ ਹੈ ਤੇ ਲੋਕੀ ਜਿਹੜੇ ਨੇ ਉਹ ਤੇ ਆਪੇ ਕਿਤਾਬਾਂ ਖਰੀਦਦੇ ਨੇ, ਬਿਲਕੁਲ ਹੈ ਨਾ, ਕਹਿਣ ਦੀ ਲੋੜ ਨਹੀਂ ਪੈਂਦੀ। बिल्कुल अनफॉर्चुनेटली किताबों का वो मामला बड़ा मुश्किल हो गया। जी जी किताबां ते छपवाना भी हुण, कल भी मेरी 2-3 शायरां नाल गल हुई, अच्छे शायर सी, जी, वो बेचारे कह रहे जनाब हुण किताब किस तरह छपवाई है, किताब की कीमत इतनी ज़्यादा हो गई है और किताब छपवा लो तुसी 1.5-2 लाख लगा के, तो तुहानूं एक किताब कोई खरीदण वाला नहीं मिलेगा, मुफ्त लैण वाले सारे मिलणगे जी। ਇਹ ਸਾਡਾ ਲਮੀਆ ਵੀ ਹੈ ਜੀ। ਨਸੀਮ ਸਹਿਰ ਸਾਹਿਬ, ਜ਼ੇਬਾ ਖਾਤੂਨ ਵੀ ਸਾਨੂੰ ਸੁਣ ਰਹੀਆਂ ਨੇ ਤੇ ਤੁਹਾਡੀ ਗੱਲਬਾਤ ਨੂੰ ਬੜਾ ਪਸੰਦ ਕਰ ਰਹੀਆਂ ਨੇ, ਤੇ ਜਿਹੜੀ ਅਸੀਂ ਗੱਲ ਕਰ ਰਹੇ ਸਾਂ, ਜਿਹੜਾ ਸਵਾਲ ਮੈਂ ਤੁਹਾਨੂੰ ਕੀਤਾ ਇਹਦਾ ਜਿਹੜਾ ਪਹਿਲਾ ਹਿੱਸਾ ਸੀ ਕਿ ਉਰਦੂ ਤੇ ਪੰਜਾਬੀ ਅਦਬ ਨੂੰ ਤੁਸੀਂ ਆਲਮੀ ਸਤਹ ਤੇ ਕਿੱਥੇ ਖਲੋਤਾ ਵੇਖਦੇ ਹੋ? ਸਰ ਉਰਦੂ ਦੇ ਬਾਰੇ ਤੇ ਜ਼ਾਹਿਰ ਕੋਈ ਦੋ ਰਾਏ ਨਹੀਂ ਹੁੰਦੀ, ਆਲਮੀ ਸਤਹ ਤੇ ਕਾਫੀ ਇਸ ਦੀ ਪਜ਼ੀਰਾਈ ਵੀ ਹੋ ਰਹੀ ਹੈ, ਲੇਕਿਨ ਪੰਜਾਬੀ ਦੇ ਬਾਰੇ ਚ साढ़े ज़हनी जो नक्शा है ना कि पजीराई घट हो रही है, मेरा ख्याल है ये इस वास्ते गलत है कि पंजाबी ऐसी ज़बान है जिहड़ी साढ़े मजहब तो अलग ईस्ट पंजाब के लोगों और कनेडा जिहड़े साढ़े पंजाबी बरादरी है, पंजाबी बोलने वाली, उन्होंने के लिहाज नाल पंजाबी की जितनी तो तुसीं देखोगे ना बहुत अच्छी रिकॉग्निशन हो रही है, बहुत अच्छा लिखा जा रहा है। मेरी नज़रों तो गुजरी जी कुछ गुरमुखी लिखी जा रही पंजाबी, मैं तो गुरमुखी नहीं पढ़ सकता, लेकिन उसका तर्जमा जो पढ़िया मैं कहना सुभान अल्लाह, इतनी अच्छी शायरी हो रही है, इतनी जरखेज शायरी हो रही है। वो मैं नहीं समझता कि जो लोग कहते जी उर्दू का मुस्तकबल भी खराब है और पंजाबी का भी मुस्तकबल खराब है, इस तरह तो तुम अंग्रेजी के बारे भी कह सकते उसका भी मुस्तकबल खराब है। किसी भी जबान के बारे थोड़ियाँ रावां मुख्तलिफ हो सकती हैं, लेकिन मेरी राय है कि पंजाबी और उर्दू जिंदा रहने वास्ते आई हैं और जिंदा रहणगे इंशाअल्लाह, और इन्हां दी जिहड़ी लफ्जी वसत है ना वो लगातार वधदी जा रही है, दूसरी जबानों के लफ्ज शामिल हो रहे हैं। तुसीं देखो कि पंजाबी विच उर्दू के कितने लफ्ज शामिल हो चुके। अज जे 50 साल पहले वाली पंजाबी पढ़ो, हुण दी पंजाबी पढ़ो, तुहानूं पता चलेगा किहड़ी ज़बान का लफ्ज पंजाबी च आके पंजाबी का हो गया। ठीक, इस लिहाज नाल मैं समझदा कि बहुत अच्छा है, कोई मायूसी की जरूरत नहीं। ठीक। नसीम सैर साहब, ਤੁਸੀਂ ਅਫਸਾਨਾ ਵੀ ਲਿਖਿਆ जी ਤੇ ਮਾਈਏ ਵੀ ਲਿਖੇ, ਹਾਕਾ ਨਿਗਾਰੀ ਵੀ ਕੀਤੀ, ਤਬਸਰੇ ਵੀ, ਤੇ ਇਹਦੇ ਨਾਲ ਜਿਹੜਾ ਨਾ ਅਸੀਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ ਨਜ਼ਮ ਗਜ਼ਲ ਤੇ ਮੁਤਰਜਮ ਵੀ ਹੋ ਤੁਸੀਂ, ਤੇ ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ, ਸਭ ਤੋਂ ਪਹਿਲੀ ਤੁਹਾਡੀ ਕਿਤਾਬ ਹੈ ਪਹਿਲੀ ਉਡਾਨ, जी हाँ, ਇਹ ਗਜ਼ਲਾਂ ਦੀ ਕਿਤਾਬ ਹੈ। जी हाँ, ਫਿਰ ਇਸ ਤੋਂ ਬਾਅਦ ਹੈ ਹਰ ਬੂੰਦ ਸਮੁੰਦਰ, जी बिल्कुल, ਇਹ ਵੀ ਤੁਹਾਡਾ ਗਜ਼ਲਾਂ ਦਾ ਮਜਮੂਆ ਹੈ। जी हाँ, ਦਰੀਚਾ ਸ਼ਬ, ਇਹ ਨਜ਼ਮਾਂ ਦਾ ਮਜਮੂਆ ਹੈ। नज़मों का ਰੋਸ਼ਨਦਾਨ में चिड़िया, ये हाइको जी, ਹਾਂ, ਤੇ ਉਸ ਤੋਂ ਬਾਅਦ ਤੁਹਾਡੀ ਕਿਤਾਬ ਹੈ ਜੁਗਨੂ ਦੀਏ ਸਿਤਾਰੇ। बिल्कुल, ਫਿਰ ਉਸ ਤੋਂ ਬਾਅਦ ਤੁਹਾਡੀ ਹਾਈਕੋ ਦੀ ਕਿਤਾਬ ਹੈ ਜੀ ਇੱਕ ਲਤੀਫ ਸਰਗੋਸ਼ੀ। जी हाँ, ਫਿਰ ਤੁਹਾਡੀ ਹਮਦੋਨਾਤ ਦੀ ਕਿਤਾਬ ਹੈ ये जो सिलसिले हैं कलाम के। हाँ ये मेरी पहली किताब सी अच्छा, नात दी, माशाल्लाह। ਤੇ ਗਜ਼ਲਾਂ ਦੀ ਤੁਹਾਡੀ ਕਿਤਾਬ ਹੈ ਇਤਨੇ ਅੱਛੇ ਮੌਸਮ में। बिल्कुल, ਫਿਰ ਤੁਹਾਡੀ ਗਜ਼ਲਾਂ ਦੀਆਂ ਦੋ ਕਿਤਾਬਾਂ ਨੇ ਪਸੇ ਅੰਦਾਜ਼ ਤੇ ਚਿਹਰਾ ख्वाब। जी हाँ, ਤੇ ਤੁਹਾਡਾ ਮਜ਼ਾਇਆ ਕਲਾਮ ਦਾ ਜਿਹੜਾ ਮਜਮੂਆ ਹੈ ਲਾਈਨ ਕੱਟ ਗਈ, बिल्कुल, है ना, ਤੇ ਗਜ਼ਲਾਂ ਦਾ ਮਜਮੂਆ ਹੈ ख्वाब सबसे अलग। आप सबसे अलग। ਤੇ ਇਹ ਮੁਖਤਸਰ ਤੁਹਾਡੀ ਮੈਂ ਕਿਤਾਬਾਂ ਦਾ ਜਿਹੜਾ ਜ਼ਿਕਰ ਕੀਤਾ ਹੈ। ਤੁਸੀਂ ਸਭ ਤੋਂ ਪਹਿਲੇ ਜਿਹੜੀ ਆਪਣੀ ਪਹਿਲੀ ਕਿਤਾਬ ਦੇ ਬਾਰੇ ਦੱਸੋ, ਇਹ ਕਿਹੜੇ ਸਾਲ ਵਿੱਚ ਛਪੀ? ਤੇ ये छपी है 1977 ਜੀ
ਔਰ ਅਗਰ ਮੈਂ ਤੁਹਾਨੂੰ ਦੱਸਾਂ ਕਿ ਉਸ ਵਕਤ ਕਿੰਨੇ ਪੈਸੇ ਛਪੀ ਸੀ, ਤੁਸੀਂ ਕਹੋਗੇ ਤੁਸੀਂ ਝੂਠ ਬੋਲ ਰਹੇ ਹੋ ਜੀ ਕਿ ਉਸ ਜ਼ਮਾਨੇ 'ਚ ਇਹ ਕਿਤਾਬ 7000 ਰੁਪਏ ਛਪੀ ਸੀ। ਤਕਰੀਬਨ 100 ਸਫ਼ੇ ਦੀ ਕਿਤਾਬ 7000 ਵਿੱਚ ਛਪੀ ਸੀ ਔਰ ਇਹ ਸਾਰੀ ਗਜ਼ਲਾਂ ਦਾ ਮਜਮੂਆ ਸੀ। ਅੱਛਾ, ਸਾਰੀਆਂ ਗਜ਼ਲਾਂ ਸੀ ਇਸ ਵਿੱਚ। ਔਰ ਇਸ ਦੀ ਇੱਕ ਵੱਡੀ ਖਾਸ ਗੱਲ ਇਹ ਸੀ ਕਿ ਇਹਦਾ ਦੀ ਬੱਚਾ ਇੱਕ ਬੜੇ ਵੱਡੇ ਅਫਸਾਨਾ ਨਿਗਾਰ ਨੇ ਲਿਖਿਆ, ਮਜ਼ਹਰੁਲ ਇਸਲਾਮ, ਜਿਹੜਾ ਕਿ ਨੈਸ਼ਨਲ ਬੁੱਕ ਫਾਊਂਡੇਸ਼ਨ ਦੇ ਚੇਅਰਮੈਨ ਵੀ ਸੀ। ਔਰ ਇਸ ਕਿਤਾਬ ਦੇ ਹਵਾਲੇ ਨਾਲ ਮੇਰੀ ਇੱਕ ਬਹੁਤ ਅੱਛੀ ਯਾਦਗਾਰ ਹੈ ਕਿ ਇਸ ਦੀ ਜਿਹੜੇ ਤਕਰੀਬੀ ਰੁਨਮਾਈ ਹੋਈ ਨਾ ਪਿੰਡੀ ਆਰਟ ਨੈਸ਼ਨਲ ਕੌਂਸਲ ਹੁੰਦੀ ਸੀ ਉਸ ਜ਼ਮਾਨੇ 'ਚ ਇਸਲਾਮਾਬਾਦ ਵਿੱਚ ਨਾ, ਅਹਿਮਦ ਫਰਾਜ਼ ਸਾਹਿਬ ਨੇ ਸਦਾਰਤ ਕੀਤੀ ਸੀ। ਵਾਹ, ਬਹੁਤ ਖੂਬਸੂਰਤ ਯਾਦਗਾਰ ਸੀ ਮੇਰੀ। ਵਾਹ। ਬਸ ਤੇ ਇਸ ਤੋਂ ਬਾਅਦ ਫਿਰ ਇੱਕ ਐਸਾ ਸਿਲਸਿਲਾ ਸ਼ੁਰੂ ਹੋਇਆ, ਬਸ ਚੱਲਦਾ ਤੇ ਤੁਸੀਂ ਫਿਰ ਲਿਖਦੇ ਗਏ ਮਾਸ਼ਾਅੱਲਾ। ਤੇ ਤੁਸੀਂ ਦੱਸੋ ਕਿ ਤੁਸੀਂ ਬਥੇਰੀਆਂ ਕਿਤਾਬਾਂ ਲਿਖੀਆਂ ਨੇ, ਇਹਨਾਂ ਵਿੱਚੋਂ ਕਿਹੜੀ ਐਸੀ ਕਿਤਾਬ ਹੈ ਜਿਹੜੀ ਤੁਹਾਡੀ ਪਸੰਦੀਦਾ ਹੈ, ਤੁਹਾਡੇ ਦਿਲ ਦੇ ਨੇੜੇ? ਸਰ ਜੀ, ਜਿੱਥੇ ਤੱਕ ਗਜ਼ਲ ਦਾ ਤਾਲੁਕ ਹੈ ਨਾ, ਮੇਰੀ ਕਿਤਾਬ ਛਪੀ ਸੀ 2004 ਵਿੱਚ, ख्वाब सबसे अलग ਜੀ, ਗਜ਼ਲਾਂ ਦਾ ਮਜਮੂਆ ਸੀ। ਮੇਰਾ ਖਿਆਲ ਹੈ ਹੁਣ ਤੱਕ ਜਿਹੜੀਆਂ ਮੇਰੀਆਂ ਕਿਤਾਬ, ਉਸ ਤੋਂ ਬਾਅਦ ਤੇ ਕੋਈ ਛਪਿਆ ਨਹੀਂ ਨਾ, ਇਹ ਆਖਰੀ ਕਿਤਾਬ ਸੀ ਮੇਰੀ ਛਪੀ ਜਿਹੜੀ ਗਜ਼ਲਾਂ ਦੀ। ਉਸ ਤੋਂ ਬਾਅਦ ਹਮਦੋ ਨਾਤ ਦਾ ਚਲੇ ਗਏ। ਠੀਕ। ਤੇ ਮੇਰਾ ਖਿਆਲ ਹੈ ਕਿ ਹੁਣ ਤੱਕ ਜਿਹੜੀਆਂ ਗਜ਼ਲਾਂ ਦੀਆਂ ਕਿਤਾਬਾਂ ਛਪੀਆਂ ਸੀ ਨਾ, ਉਹਨਾਂ ਤੋਂ ਬਿਹਤਰੀਨ ਮੇਰੀ ਕਿਤਾਬ ख्वाब सबसे अलग ਸੀ। ਠੀਕ। ਛਪਾਈ ਦੇ ਲਿਹਾਜ਼ ਨਾਲ ਔਰ ਗਜ਼ਲਾਂ ਦੇ ਕੰਟੈਂਟ ਦੇ ਲਿਹਾਜ਼ ਨਾਲ ਬਿਹਤਰੀਨ ਕਿਤਾਬ ਸੀ। ਠੀਕ। ਤੇ ਤੁਸੀਂ ਮਜ਼ਾਹੀਆ ਸ਼ਾਇਰੀ ਵੀ ਕੀਤੀ ਜੀ, ਹੈ, ਮਜ਼ਾਹੀਆ ਵੀ ਕੀਤੀ ਹੈ ਨਾ, ਲਾਈਨ ਕੱਟ ਗਈ। ਜੀ ਹਾਂ। ਇਹਦੇ ਬਾਰੇ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਬਸ ਉਹ ਮਜ਼ਾਹੀਆ ਵੀ ਬਾਅਦ ਔਕਾਤ ਹੁੰਦਾ ਹੈ ਕਿ ਕੋਈ ਸ਼ਾਇਰ ਜਿਸ ਵਕਤ ਸੰਜੀਦਾ ਅੰਦਾਜ਼ ਵਿੱਚ ਕੋਈ ਗੱਲ ਨਹੀਂ ਕਰ ਸਕਦਾ। ਮਸਲਨ ਮੈਂ ਤੁਹਾਨੂੰ ਕੋਈ ਗੱਲ ਕਰਨਾ ਚਾਹਾਂ, ਤੁਹਾਨੂੰ ਕਹਾਂ ਯਾਰ ਤੁਹਾਡੇ ਕੱਪੜੇ ਮੈਲੇ ਨੇ, ਲੇਕਿਨ ਅਗਰ ਮੈਂ ਡਾਇਰੈਕਟ ਕਹਾਂਗਾ ਤੇ ਤੁਸੀਂ ਕੁਝ, ਤੇ ਅਗਰ ਮੈਂ ਕਹਾਂਗਾ ਯਾਰ ਇਹ ਕੋਈ ਮੱਖੀ ਬੈਠ ਗਈ ਸੀ, ਤੇ ਮਜ਼ਾਹੀਆ ਅੰਦਾਜ਼ ਵਿੱਚ ਗੱਲ ਪਹੁੰਚ ਜਾਏਗੀ ਤੁਹਾਡੇ ਤੱਕ, ਲੇਕਿਨ ਤੁਸੀਂ ਬੁਰਾ ਨਹੀਂ ਬਣਾਓਗੇ। ਇਹੀ ਗੱਲ ਹੈ, ਇਹੀ ਫਰਕ ਹੈ ਮਜ਼ਾਹੀਆ ਸ਼ਾਇਰੀ ਔਰ ਸੰਜੀਦਾ ਸ਼ਾਇਰੀ 'ਚ। ਠੀਕ। ਬੇਸ਼ੁਮਾਰ ਚੀਜ਼ਾਂ ਅਗਰ ਤੁਸੀਂ ਸੰਜੀਦਾ ਲਹਿਜੇ 'ਚ ਕਹੋਗੇ ਤੇ ਸ਼ਾਇਦ ਤੁਸੀਂ ਜੇਲ੍ਹ 'ਚ ਬੈਠੇ ਹੋਗੇ, ਸਹੀ। ਲੇਕਿਨ ਮਜ਼ਾਹੀਆ ਸ਼ਾਇਰੀ 'ਚ ਜਿਹੜਾ ਤੁਹਾਡੇ ਕੰਟਰੋਲਰ ਹਨ ਅਪਵਰਡਸ, ਜੀ, ਉਹ ਵੀ ਪੜ੍ਹ ਕੇ ਹੱਸ ਪੈਂਦੇ। ਠੀਕ ਠੀਕ। ਇਸ ਤਰ੍ਹਾਂ ਮਜ਼ਾਹੀਆ ਸ਼ਾਇਰੀ ਇੱਕ ਮੀਡੀਅਮ ਹੈ ਉਹ ਗੱਲ ਕਰਨ ਦਾ ਜਿਹੜਾ ਤੁਸੀਂ ਸੰਜੀਦਾ ਸ਼ਾਇਰੀ 'ਚ ਨਹੀਂ ਕਰ ਸਕਦੇ। ਠੀਕ। ਨਸੀਬ ਸਹਿਰ ਸਾਹਿਬ, ਤੁਸੀਂ ਸ਼ਾਇਰੀ ਦੀਆਂ ਕਈ ਸਿਨਫਾਂ 'ਚ ਲਿਖੀਆਂ, ਤੁਸੀਂ ਲਿਖਿਆ, ਇਹਦੇ ਨਾਲ ਨਾਲ ਅਫਸਾਨਾ ਵੀ ਲਿਖਿਆ, ਰੁਬਾਈ ਲਿਖੀ, ਮਾਈਏ ਲਿਖੇ, ਤੇ ਹੁਣ ਵਧਨੇ ਆ ਹਾਇਕੋ ਵੱਲ। ਇੱਕ ਐਸੀ ਸਿਨਫ ਹੈ ਜਿਹਦੇ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ, ਜੀ ਸਹੀ। ਤੇ ਇਹਦੇ ਬਾਰੇ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਤਫਸੀਲ ਨਾਲ ਦੱਸੋ। ਅਸਲ ਵਿੱਚ ਹਾਇਕੋ ਦੇ ਨਾਂ ਤੋਂ ਹੀ ਕੁਝ ਲੋਕਾਂ ਨੂੰ ਮਸਲਾ ਇਹ ਹੁੰਦਾ ਕਿ ਜੀ ਇਹ ਇੰਪੋਰਟਡ ਹੈ। ਅੱਜ ਕੱਲ੍ਹ ਇੰਪੋਰਟਡ ਦੇ ਲਫ਼ਜ਼ ਵੈਸੇ ਬੜਾ ਮੁਸ਼ਕਿਲ ਹੋ ਗਿਆ, ਤੇ ਉਹ ਸ਼ਾਇਰੀ ਦੇ ਹਵਾਲੇ ਨਾਲ ਜਿਹੜੀ ਗੱਲ ਹੁੰਦੀ ਨਾ, ਹੁਣ ਇਹ ਜਾਪਾਨ ਤੋਂ ਆਈ ਹੈ ਔਰ ਬੜੀ ਮੁਖਤਸਰ ਸ਼ਾਇਰੀ ਦਾ, 3 ਲਾਈਨਾਂ ਦੀ ਸ਼ਾਇਰੀ ਔਰ 17 ਦੇ ਕੰਸੋਨੈਂਟ ਹੁੰਦੇ ਨੇ, ਉਸ ਵਿੱਚ ਇੱਕ ਅੱਛੀ ਗੱਲ ਕਰ ਜਾਣਾ ਔਰ ਮੌਜੂ ਦੇ ਲਿਹਾਜ਼ ਨਾਲ ਇਸ ਦੀ ਇੱਕ ਬੜੀ ਲਾਈਨ ਆਫ ਡਿਮਾਰਕੇਸ਼ਨ ਹੈ ਤੁਹਾਡੇ ਮਾਈਏ ਔਰ ਸਲਾਸੀਆਂ ਔਰ ਹਾਇਕੋ ਦੇ ਦਰਮਿਆਨ, ਕਿ ਕੁਝ ਚੀਜ਼ਾਂ ਤੁਸੀਂ ਮਾਈਏ 'ਚ ਕਹਿੰਦੇ ਹੋ ਜੋ ਤੁਹਾਡੇ ਆਪਣੇ ਕਲਚਰ ਨਾਲ ਵਾਬਸਤਾ ਹਨ, ਜਾਂ ਸਲਾਸੀ ਹੈ ਜਿਹੜੀ ਤੁਹਾਡੀ ਉਹ ਮੁਖਤਲਿਫ ਮੌਜੂਆਤ 'ਤੇ ਕਹਿੰਦੀ ਹੈ, ਲੇਕਿਨ ਹਾਇਕੋ ਦਾ ਤਾਲੁਕ ਹੈ ਨਾ, ਉਹ ਜਾਪਾਨ ਦੀ ਬੁਨਿਆਦੀ ਮਿਜ਼ਾਜ ਇਹ ਕਿ ਹਾਇਕੋ ਸਿਰਫ ਮੌਸਮ ਦੇ ਬਾਰੇ 'ਚ ਔਰ ਮਜ਼ਾਹਿਰ ਫਿਤਰਤ ਦੇ ਬਾਰੇ 'ਚ ਹੋਏ, ਹੱਤਾਂ ਕਿ ਉਸ ਵਿੱਚ ਝਿੰਗਰ ਦੇ ਬਾਰੇ 'ਚ, ਜੁਗਨੂ ਦੇ ਬਾਰੇ 'ਚ, ਮੱਛਰ ਦੇ ਬਾਰੇ 'ਚ ਬੇਸ਼ੁਮਾਰ ਹਾਇਕੋ ਤੁਹਾਨੂੰ ਮਿਲਣਗੇ। ਔਰ ਹਾਇਕੋ ਦੇ ਬਾਰੇ 'ਚ ਜਾਪਾਨ ਵਿੱਚ ਮਸ਼ਹੂਰ ਹੈ ਕਿ ਹਰ ਜਾਪਾਨੀ ਹਾਇਕੋ ਲਿਖਦਾ ਹੈ। ਵਾਹ। ਇਹ ਨਹੀਂ ਕਿ ਸਾਡੇ ਸ਼ਾਇਰ ਬਰਾਦਰੀ ਦੇ ਤੌਰ ਤੇ ਉੱਥੇ ਕੋਈ ਮਖਸੂਸ ਤਬਕਾ ਹੈ, ਲੇਕਿਨ ਜਿਸ ਵਕਤ ਇਹ ਹਾਇਕੋ ਪਾਕਿਸਤਾਨ ਵਿੱਚ ਆਇਆ ਤੇ ਪਾਕਿਸਤਾਨ ਵਿੱਚ ਸ਼ੁਰੂ ਜਿਹੜੇ ਹਾਇਕੋ ਲਿਖੇ ਗਏ ਜ਼ਾਹਿਰ ਮੌਜੂਆਤ ਹੋਈ ਸੀ ਜਿਹੜੇ ਜਾਪਾਨ ਵਿੱਚ ਸੀ। ਰਫਤਾ ਸ਼ਾਇਰਾਂ ਨੇ ਮਹਿਸੂਸ ਕੀਤਾ ਕਿ ਉਹ ਮੌਜੂਆਤ ਅਗਰ ਉਹਨਾਂ ਦੇ ਕੈਦ ਵਿੱਚ ਰਹੋਗੇ ਤੇ ਹਾਇਕੋ ਨਹੀਂ ਚੱਲ ਸਕਦਾ। ਚੁਨਾਂਚੇ ਇੱਕ ਬੜੀ ਸ਼ੌਰੀ ਕੋਸ਼ਿਸ਼ ਹੋਈ ਪਿੰਡੀ 'ਚ, ਮੈਨੂੰ ਯਾਦ ਹੈ ਕਿ ਸਾਡੇ 6-7 ਸ਼ਾਇਰ ਸੀ, ਅਸੀਂ ਸੋਚਿਆ ਕਿ ਜਨਾਬ ਇਸ ਨੂੰ ਜ਼ਰਾ ਆਪਣੇ ਕਲਚਰ ਦੇ ਨਾਲ ਮੁਤਾਰਫ ਕਰਕੇ ਕਰਨਾ ਚਾਹੀਦਾ। ਚੁਨਾਂਚੇ ਬਹੁਤ ਸਾਰੇ ਹਾਇਕੋ ਲਿਖੇ ਗਏ ਜਿਸ ਵਿੱਚ ਸਾਡਾ ਆਪਣਾ ਕਲਚਰ, ਸਾਡੀ ਸਕਾਫਤ, ਸਾਡੇ ਅਲਫਾਜ਼, ਇਸ ਲਿਹਾਜ਼ ਨਾਲ ਬੇਸ਼ੁਮਾਰ ਤਾਲੁਕਾਤ ਅੱਛੇ ਹੋਏ। ਫਿਰ ਜਾਪਾਨ ਐम्बेसी ਨੇ ਇਸ ਮਾਮਲੇ 'ਚ ਕਾਫੀ ਸਾਰਾ ਹੈਲਪ ਵੀ ਕੀਤੀ, ਬਲਕਿ ਅੱਜ ਤੋਂ 2-3 ਸਾਲ ਪਹਿਲੇ ਤੱਕ ਜਾਪਾਨ ਐम्बेसी ਵਾਲੇ ਹਰ ਸਾਲ ਮੁਸ਼ਾਇਰਾ ਕਰਾਉਂਦੇ ਸੀ, ਔਰ ਪਿੰਡੀ ਇਸਲਾਮਾਬਾਦ ਵਿੱਚ
ਸਾਡੀ ਇੱਕ ਹਾਈਕੋ ਸੁਸਾਇਟੀ ਬਣੀ ਸੀ, ਜਿਸ ਦਾ ਹੁਣ ਮੈਂ ਕੋਈ 5 ਸਾਲ ਹੋਏ ਮੈਂ ਸਦਨ ਹਾਊਸ ਪਾਕਿਸਤਾਨ ਹਾਈਕੋ ਸੁਸਾਇਟੀ ਦਾ। ਇਸ ਦੇ ਵੀ ਫਰਾਇਜ਼ ਇਹ ਸੀ ਕਿ ਜਨਾਬ ਹਾਈਕੋ ਨੂੰ ਸ਼ੌਰੀ ਤੌਰ ਤੇ ਪ੍ਰਮੋਟ ਕੀਤਾ ਜਾਏ। ਠੀਕ ਕਰ ਰਿਹਾ ਅਲਹਮਦੁਲਿਲਾ। ਨਸੀਮ ਸਾਹਿਬ ਸਾਹਿਬ ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ, ਆਫਰੀਨ ਹੋਰੀ ਸਾਨੂੰ ਸੁਣ ਰਹੀਆਂ ਨੇ ਤੇ ਉਹ ਤਾਵਲੀਆਂ ਹੋ ਰਹੀਆਂ ਨੇ ਕਿ ਮਹਿਮਾਨ ਸ਼ਾਇਦ ਮੌਜੂਦ ਨੇ ਤੇ ਕਲਾਮ ਵੀ ਨਹੀਂ ਸੁਣਾ ਰਹੇ। ਤੇ ਆਫਰੀਨ ਅਸੀਂ ਤੁਹਾਨੂੰ ਜ਼ਰੂਰ ਕਲਾਮ ਵੀ ਸੁਣਾਵਾਂਗੇ। ਤੇ ਇਹਦੇ ਨਾਲ ਸਾਨੂੰ ਇਸਲਾਮਾਬਾਦ ਤੋਂ ਮੈਸੇਜ ਕੀਤਾ ਸਾਡੇ ਬੜੇ ਇੱਕ ਸੀਨੀਅਰ ਲਿਸਨਰ ਨੇ, ਇਹਨਾਂ ਦਾ ਨਾਮ ਹੈ ਜੀ ਅਹਿਮਦ ਹੁਸੈਨ ਕਾਜ਼ੀ ਸਾਹਿਬ, ਸੈਕਟਰ E7 ਹਿਲ ਸਾਈਡ ਤੋਂ। ਤੇ ਉਹ ਨਸੀਮ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ। ਤੇ ਬਹੁਤ ਸ਼ੁਕਰੀਆ। ਇੱਕ ਗੀਤ ਸੁਣਨੇ ਆ ਜੀ, ਫਿਰ ਪਰਤ ਕੇ ਆਨੇ ਵਾਪਸ। ਗੁਲਾਮ ਅਲੀ ਸਾਹਿਬ ਨੂੰ ਤੁਸੀਂ ਨਸੀਮ ਸਾਹਿਬ ਸੁਣਿਆ? ਗੁਲਾਮ ਅਲੀ ਸਾਹਿਬ ਨੂੰ ਸਾਹਮਣੇ ਬੈਠ ਕੇ ਸੁਣਿਆ, ਮਾਸ਼ਾਅੱਲਾ ਕੀ ਸ਼ਾਇਰ ਹੈ। ਅੱਛਾ, ਉਹਨਾਂ ਦਾ ਗਾਇਆ ਇੱਕ ਜਿਹੜਾ ਕਲਾਮ ਤੁਹਾਨੂੰ ਸੁਣਾਉਂਦੇ ਆ ਜ਼ਰੂਰ। ਫਿਰ ਪਰਤ ਕੇ ਆਨੇ ਵਾਪਸ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਇੱਕ ਬੜਾ ਸੋਹਣਾ ਫਾਰਸੀ ਦਾ ਗਾਲਬ ਹੋਰਾਂ ਦਾ ਲਿਖਿਆ ਹੋਇਆ ਕਲਾਮ, ਉਹਦਾ ਤਰਜਮਾ ਸੂਫੀ ਤਬਸਮ ਹੋਰਾਂ ਨੇ ਕੀਤਾ। ਤੇ ਨਸੀਮ ਸਾਹਿਬ ਤੁਸੀਂ ਮੁਤਰਜਮ ਵੀ ਹੋ, ਤੇ ਤੁਸੀਂ ਕਿਵੇਂ ਵੇਖਦੇ ਹੋ ਇਸ ਕਲਾਮ ਨੂੰ? ਔਰ ਤੁਸੀਂ ਬੜਾ ਮਜ਼ਾ ਲੈ ਰਹੇ ਸੋ। ਸਰ ਜੀ ਮਜ਼ਾ ਇਸ ਵਾਸਤੇ ਲੈ ਰਿਹਾ ਸੀ ਕਿ ਅਗਰ ਪਹਿਲੇ ਪਤਾ ਨਾ ਹੋਣਾ ਕਿ ਤਰਜਮਾ ਹੈ ਤੇ ਇਸ ਨੂੰ ਸੁਣ ਕੇ ਕੋਈ ਸੋਚ ਨਹੀਂ ਸਕੇ ਤਰਜਮਾ ਹੈ। ਇਹ ਸੂਫੀ ਸਾਹਿਬ ਨੇ ਆਪਣਾ ਰੰਗ ਉਸ ਵਿੱਚ ਇਸ ਤਰ੍ਹਾਂ ਭਰ ਦਿੱਤਾ ਹੈ, ਇਤਨੀ ਖੂਬਸੂਰਤੀ ਨਾਲ ਭਰਤਾ ਕਿ ਤਖਲੀਕੀ ਰੰਗ ਉਹਨਾਂ ਦਾ ਹੋ ਗਿਆ। ਵਾਹ, ਬਹੁਤ ਮਿੱਠੀ ਜ਼ੁਬਾਨ ਹੈ, ਦੇਖੋ ਕਿਸ ਤਰ੍ਹਾਂ ਕਹਿ ਰਿਹਾ। ਵਾਹ ਵਾਹ ਵਾਹ। ਤੇ ਨਸੀਮ ਸਾਹਿਬ ਹੁਕੂਮਤ ਪਾਕਿਸਤਾਨ ਵੱਲੋਂ ਤੁਹਾਨੂੰ ਅਣਗਿਣਤ ਮੌਕਿਆਂ ਤੇ ਕਈ ਅਵਾਰਡ ਮਿਲੇ ਨੇ। ਜੀ ਹਾਂ। ਤੇ ਬੜਾ ਜ਼ਰੂਰੀ ਹੁੰਦਾ ਹੈ ਕਿਸੇ ਵੀ ਲਿਖਾਰੀ ਦੀ ਹੌਸਲਾ ਅਫਜ਼ਾਈ ਲਈ। ਤੇ ਤੁਸੀਂ ਜ਼ਰਾ ਆਪਣੀ ਜ਼ੁਬਾਨੀ ਆਪਣੇ ਅਵਾਰਡਸ ਬਾਰੇ ਦੱਸੋ, ਔਰ ਤੁਹਾਨੂੰ ਇੱਕ ਹਾਲੀਆ ਜਿਹੜਾ ਅਵਾਰਡ ਮਿਲਿਆ ਉਹਦੇ ਬਾਰੇ ਵੀ ਦੱਸੋ। ਸਰ ਗੱਲ ਹੈ ਕਿ ਤੁਸੀਂ ਜੋ ਫਰਮਾਇਆ ਨਾ ਹਕੂਮਤ ਪਾਕਿਸਤਾਨ ਦੇ ਬਾਰੇ 'ਚ, ਹਕੂਮਤ ਪਾਕਿਸਤਾਨ ਦੀ ਤਰਫੋਂ ਬਲਕਿ ਹਕੂਮਤ ਪੰਜਾਬ ਦੀ ਤਰਫੋਂ ਕੱਲ ਮੈਨੂੰ ਜਿਹੜਾ ਅਵਾਰਡ ਮਿਲਿਆ ਨਾ, ਉਹ ਪਹਿਲਾ ਔਰ ਅਗਰ ਕਿਹਾ ਜਾਏ ਕਿ ਸ਼ਾਇਦ ਆਖਰੀ ਅਵਾਰਡ ਹੈ ਜਿਹੜਾ ਮੈਨੂੰ ਕੋਈ ਸਰਕਾਰੀ ਸਤ੍ਹਾ ਤੇ ਮਿਲਿਆ। ਕਿਉਂਕਿ ਸਰਕਾਰੀ ਸਤ੍ਹਾ ਤੇ ਅਵਾਰਡ ਦੇ ਬਾਰੇ ਮੇਰਾ ਤਾਸਰ ਹੈ ਕਿ ਇਸ ਵਿੱਚ ਤੁਹਾਨੂੰ ਪਬਲਿਕ ਰਿਲੇਸ਼ਨ ਦੀ ਜ਼ਰੂਰਤ ਪੈਂਦੀ, ਪ੍ਰੋਜੈਕਸ਼ਨ ਦੀ ਜ਼ਰੂਰਤ ਪੈਂਦੀ, ਕੋਸ਼ਿਸ਼ਾਂ ਦੀ ਜ਼ਰੂਰਤ ਪੈਂਦੀ। ਮੈਂ ਐਸੇ ਲੋਕ ਦੇਖੇ ਜਿਹੜੇ ਜੱਜਾਂ ਦੇ ਨਾਮ ਪਤਾ ਕਰਕੇ ਨਾ ਉਹਨਾਂ ਨੂੰ ਫੋਨ ਕਰਵਾਉਂਦੇ ਨੇ ਕਿ ਜਨਾਬ ਇਸ ਨੂੰ ਦਿਓ। ਅਨਫੋਰਚੂਨੇਟ ਗੱਲ ਹੈ। ਕੱਲ ਜਿਹੜਾ ਮੈਨੂੰ ਅਵਾਰਡ ਮਿਲਿਆ ਨਾ, ਮੈਨੂੰ ਉਸਦਾ ਕੋਈ ਤਸੱਵੁਰ ਵੀ ਨਹੀਂ ਸੀ। ਕਿਸੇ ਹੋਰ ਫੰਕਸ਼ਨ 'ਚ ਮੈਂ ਗਿਆ ਸੀ, ਪੰਜਾਬ ਆਰਟ ਕੌਂਸਲ ਵਿੱਚ ਰਾਵਲ ਲਿਟਰੇਰੀ ਫੈਸਟੀਵਲ ਸੀ, ਤੇ ਉਹਨਾਂ ਨੇ ਡਾਇਰੈਕਟਰ ਸਾਹਿਬ ਨੇ ਕਿਹਾ ਜੀ ਤੁਸੀਂ ਜ਼ਰੂਰ ਆਉਣਾ। ਮੈਂ ਕਿਹਾ ਅੱਛਾ ਯਾਰ ਆਵਾਂਗੇ। ਫਿਰ ਉਹਨਾਂ ਨੇ 2-3 ਦਫਾ ਫੋਨ ਕੀਤਾ ਕਿ ਜਨਾਬ ਤੁਸੀਂ ਇਸ ਫੰਕਸ਼ਨ 'ਚ ਜ਼ਰੂਰ ਆਉਣਾ। ਮੈਂ ਚਲਾ ਗਿਆ ਔਰ ਪ੍ਰੋਗਰਾਮ ਦੇ ਇਖਤਤਾਮ ਤੇ ਮੇਰੇ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਸੀ ਕਿ ਉਹਨਾਂ ਨੇ ਸਟੇਜ ਤੇ ਆ ਕੇ ਐਲਾਨ ਕੀਤਾ ਕਿ ਜਨਾਬ ਲਾਈਫ ਟਾਈਮ ਅਚੀਵਮੈਂਟ ਅਵਾਰਡ ਜਿਹੜਾ ਨਾ ਨਸੀਮ ਸਾਹਿਬ ਨੂੰ ਦਿੱਤਾ ਜਾ ਰਿਹਾ। ਮੈਂ ਵਾਕਈ ਬੜਾ ਹੈਰਾਨ ਹੋਇਆ ਔਰ ਮੈਂ ਸਮਝਦਾ ਕਿ ਬਹੁਤ ਵੱਡਾ ਇਜ਼ਾਜ਼ ਹੈ। ਲੇਕਿਨ ਇਸ ਤੋਂ ਇੱਕ ਵੱਡਾ ਇਜ਼ਾਜ਼ ਮੈਨੂੰ ਅੱਜ ਤੋਂ 7-8 ਸਾਲ ਪਹਿਲੇ ਮਿਲਿਆ ਸੀ। ਨਜ਼ਰੀਆ ਪਾਕਿਸਤਾਨ ਕੌਂਸਲ ਇੱਕ ਬੜੀ ਮਾਰੂਫ ਤਨਜ਼ੀਮ ਹੈ, ਨਜ਼ਰੀਆ ਪਾਕਿਸਤਾਨ ਵਾਸਤੇ ਕੰਮ ਵੀ ਕਰ ਰਹੀ ਹੈ। ਉਹਨਾਂ ਦੇ ਅਕਸਰ ਫੰਕਸ਼ਨ ਹੁੰਦੇ ਰਹਿੰਦੇ ਨੇ, ਮੈਨੂੰ ਉਸ ਵਿੱਚ ਜਾਣ ਦਾ ਮੌਕਾ ਮਿਲਦਾ ਰਹਿੰਦਾ। ਉਸ ਦੇ ਡਾਇਰੈਕਟਰ ਸਾਹਿਬ ਸੀ, ਸਾਫੀ ਸੀ, ਬੜੇ ਮਸ਼ਹੂਰ ਮਾਰੂਫ ਜ਼ਾਹਿਦ ਮਲਕ। ਤੇ ਜ਼ਾਹਿਦ ਮਲਕ ਦਾ ਨਾਮ ਤੇ ਸਭ ਨੂੰ ਪਤਾ ਹੈ। ਜੀ ਜੀ। ਅੱਛਾ, ਉੱਥੇ ਵੀ ਮੈਨੂੰ ਜਿਸ ਦਿਨ ਅਵਾਰਡ ਦਿੱਤਾ ਗਿਆ ਨਾ, ਉਹ ਨਾਲ ਹੀ ਉਹ ਜਿਹੜਾ ਹੁੰਦਾ ਹੈ ਉਹਦਾ ਜਿਹੜੀ ਹੁੰਦੀ ਹੈ ਨਾ ਉਹ ਸਾਈਟੇਸ਼ਨ ਜੀ, ਉਸ ਵਿੱਚ ਲਿਖਿਆ ਗਿਆ ਕਿ ਜਨਾਬ ਇਹ ਜਿਹੜਾ ਅਵਾਰਡ ਹੈ ਨਸੀਮ ਸਾਹਿਬ ਨੂੰ ਜ਼ਾਹਿਦ ਮਲਕ ਸਾਹਿਬ ਨੇ ਆਪਣੀ ਲੈਵਲ ਤੇ ਦਿੱਤਾ ਹੈ। ਚੁਨਾਂਚੇ ਉਹ ਵੀ ਇੱਕ ਬੜੀ ਖੁਸ਼ੀ ਦੀ ਗੱਲ ਸੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਅਵਾਰਡ ਦਾ ਨਾਮ ਸੀ ਅਲਾਮਾ ਇਕਬਾਲ ਅਵਾਰਡ। ਵਾਹ। ਔਰ ਉਸ ਤੋਂ ਵੱਡੀ ਗੱਲ ਹੈ ਕਿ ਇਹ ਅਵਾਰਡ ਮੈਨੂੰ ਦਿੱਤਾ ਗਿਆ ਜਨਾਬ ਡਾਕਟਰ ਅਬਦੁਲ ਕਦੀਰ ਖਾਨ ਦੇ ਜ਼ਰੀਏ। ਵਾਹ। ਇਸ ਤੋਂ ਵੱਡੀ ਖੁਸ਼ਕਿਸਮਤੀ ਕੀ ਹੁੰਦੀ ਹੈ? ਵਾਹ ਵਾਹ ਵਾਹ। ਬੜੀਆਂ ਯਾਦਾਂ ਨੇ ਇਸ ਲਈ। ਤੇ ਤੁਹਾਡੇ ਜਿੰਨਾ ਵੀ ਅਦਬੀ ਕੈਰੀਅਰ ਹੈ ਇਹ ਤੇ ਮੈਂ ਤੁਹਾਡੀ ਪ੍ਰੋਫਾਈਲ ਦੇਖ ਰਿਹਾ ਸੀ ਤੇ ਅਵਾਰਡਾਂ ਨਾਲ ਭਰਿਆ ਹੋਇਆ ਹੈ ਜੀ। ਇਸ ਤੋਂ ਪਹਿਲਾਂ ਵੀ ਤੁਹਾਨੂੰ ਬਹੁਤ ਵੱਡੇ ਵੱਡੇ ਅਵਾਰਡ ਮਿਲੇ सर? वो अवार्ड मिले, बहुत लंबी लिस्ट है जी। वो सारी लिस्ट मैंने कभी सोची नहीं कितनी है, लेकिन मेरे घर में आप जाएंगे जी तो पंजाबी च गल करो। मेरे घर विच गल है कि मेरे घर तुसी जाओगे ना ते मेरे घर दियां अलमारियां तुहानू या शेल्फां ते या तो किताबां मिलणगियां या अवार्ड मिलणगे, शील्डां मिलणगियां अल्हम्दुलिल्लाह। लेकिन वो लंबी फहरिस्त है, वो हर जगह
क्या भी नहीं जा सकता, और गैर ज़रूरी भी है, अपने लगता कि बंदा अपनी प्रोजेक्शन कर रहा है। जी जी नसीम सहर साहब बहुत सीनियर लोग सन सुन रहे ने। अहमद हुसैन काजी होਰਾਂ ने फिर मैसेज ਕੀਤਾ ਸੈਕਟਰ E7 ਹਿਲ ਸਾਈਡ ਇਸਲਾਮਾਬਾਦ ਤੋਂ ਜੀ, ਤੇ ਕਹਿੰਦੇ ਨੇ ਕਿ ਤੁਹਾਡੀ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਨੇ ਤੇ FM ਪੰਜਾਬ ਰੰਗ ਦੀ ਨਸ਼ਰੀਆਤ ਨੂੰ ਵੀ ਬੜਾ ਪਸੰਦ ਕਰਦੇ ਨੇ। ਬਹੁਤ ਬਹੁਤ ਖੂਬ। ਤੇ ਨਸੀਮ ਸਾਹਿਬ ਸਾਹਿਬ ਗੱਲਬਾਤ ਦਾ ਸਿਲਸਿਲਾ ਤੇ ਚੱਲਦਾ ਰਹੇਗਾ। ਹੁਣ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਜ਼ਿਆਦਾ ਇੰਤਜ਼ਾਰ ਨਾ ਕਰਾਓ ਤੇ ਆਪਣੇ ਕਲਾਮ ਤੋਂ ਨਵਾਜ਼ੋ। लो जनाब, एक गजल मैं सुना देना जी। तुरना है या रुक जाना है, तुरना है या रुक जाना है, पैंडा आखिर मुक जाना है, वाह, पैंडा आखिर मुक जाना है, हंजुआं दी ते की गल करिए, हंजुआं दी ते की गल करिए, खून बदन दा सुक जाना है, खून बदन दा सुक जाना है, ਜ਼ਾਹਿਰ ਸੱਬਾਂ ਉੱਤੇ ਹੋ ਕੇ, ਜ਼ਾਹਿਰ ਸੱਬਾਂ ਉੱਤੇ ਹੋ ਕੇ ਆਪਣੇ ਕੋਲੋਂ ਲੁਕ ਜਾਣਾ ਹੈ, ਆਪਣੇ ਕੋਲੋਂ ਲੁਕ ਜਾਣਾ ਹੈ, ਬੂਟੇ ਜਿੱਥੇ ਸਿਰ ਚੁੱਕ ਲੈਂਦੇ, ਬੂਟੇ ਜਿੱਥੇ ਸਿਰ ਚੁੱਕ ਲੈਂਦੇ, ਉੱਥੇ ਰੁੱਖਾਂ ਚੁੱਕ ਜਾਣਾ ਹੈ, ਵਾਹ, ਉੱਥੇ ਰੁੱਖਾਂ ਚੁੱਕ ਜਾਣਾ ਹੈ, ਜਿਨ੍ਹਾਂ ਨੂੰ ਅਸਮਾਨ ਬਣਾਇਆ, ਜਿਨ੍ਹਾਂ ਨੂੰ ਅਸਮਾਨ ਬਣਾਇਆ, ਉਹਨਾਂ ਮੂੰਹ ਤੇ ਥੁੱਕ ਜਾਣਾ ਹੈ, ਉਹਨਾਂ ਮੂੰਹ ਤੇ ਥੁੱਕ ਜਾਣਾ ਹੈ, ਦਰਿਆ ਦੇ ਵੱਲ ਮੈਂ ਵੀ ਲੈ ਕੇ, ਦਰਿਆ ਦੇ ਵੱਲ ਮੈਂ ਵੀ ਲੈ ਕੇ ਪਾਣੀ ਦੀ ਹਿੱਕ ਬੁੱਕ ਜਾਣਾ ਹੈ, ਵਾਹ, ਦਰਿਆ ਦੇ ਵੱਲ ਮੈਂ ਵੀ ਲੈ ਕੇ ਪਾਣੀ ਦੀ ਇੱਕ ਬੁੱਕ ਜਾਣਾ ਹੈ, ਦੁੱਖ ਨੁਕੀਲੀ ਕਿੱਲਾਂ ਵਾਂਗੂ, ਦੁੱਖ ਨੁਕੀਲੀ ਕਿੱਲਾਂ ਵਾਂਗੂ सीने दे भी ठुक जाना है, वाह 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 वाह, सीने दे भी ठुक जाना है, ठुक जाना है। और आखिरी शेर है, जिंदड़ी ये अफसाने वर्गी, जिंदड़ी ये अफसाने वर्गी, अफसाने नू मुक जाना है, वाह 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 वाह, अफसाने नू मुक जाना है, बहुत अच्छा, बहुत अच्छा, तुरना है या रुक जाना है, पैंडा आखिर मुक जाना है। वाह वाह वाह, बहुत शुक्रिया, बहुत अच्छा कलाम। नसीम सहर साहब, ਤੁਸੀਂ ਸਾਡੇ ਸੁਣਨ ਵਾਲਿਆਂ ਲਈ ਇਹ ਦੱਸੋ ਕਿ ਪ੍ਰੋਗਰਾਮ ਦੇ ਸ਼ੁਰੂ 'ਚ ਤੁਸੀਂ ਦੱਸਿਆ ਕਿ ਸੂਫੀਆ ਨੂੰ ਤੁਸੀਂ ਬੜਾ ਸ਼ੌਕ ਨਾਲ ਪੜਿਆ ਤੇ ਤਸਵੁਫ ਨਾਲ ਤੁਹਾਡਾ ਬੜਾ ਡੂੰਘਾ ਇੱਕ ਲਗਾਓ ਹੈ, ਤੇ ਤਸਵੁਫ ਬਾਰੇ ਤੁਹਾਡੇ ਕੀ ਵਿਚਾਰ ਨੇ? ਸਰ, ਤਸਵੁਫ ਦਾ ਲਫ਼ਜ਼ ਤੇ ਸੂਫੀਆ ਨਾਲ ਹੈ, ਲੇਕਿਨ ਅੱਜ ਕੱਲ੍ਹ ਜ਼ਮਾਨੇ ਤੇ ਤਕਰੀਬਨ ਤਸਵੁਫ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸੋਫਿਆਂ ਤੇ ਬੈਠੇ ਹੁੰਦੇ ਨੇ, ਤੇ ਤਸਵੁਫ ਦੇ ਬਾਰੇ 'ਚ ਕੋਈ ਹਾਰਡ ਐਂਡ ਫਾਸਟ ਸਾਡੇ ਕੋਲ ਕੋਈ ਨਹੀਂ, ਔਰ ਕੋਈ ਬੰਦਾ ਅਗਰ ਇਹ ਕਹੇ ਕਿ ਜੀ ਉਹ ਤਸਵੁਫ ਵਿੱਚ ਤੇ ਉਹ ਇਸ ਲਾਈਨ ਵਿੱਚ ਸੂਫੀ ਹੈ, ਇਹ ਪਹਿਚਾਣ ਇਸ ਤਰ੍ਹਾਂ ਨਹੀਂ ਹੁੰਦੀ ਜਾਂ ਦਾਅਵੇ ਨਾਲ ਨਹੀਂ ਹੁੰਦੀ, ਇਹ ਉਸਦੇ ਅਮਲ ਨੂੰ ਤੁਸੀਂ ਦੇਖੋਗੇ ਤਾਂ ਪਤਾ ਚੱਲੇਗਾ ਕਿਹੜਾ ਕੌਣ ਸੂਫੀ ਹੈ ਔਰ ਕਿਹੜਾ ਨਹੀਂ। ਜਿਹੜਾ ਬੰਦਾ ਆਪਣੀ ਜ਼ਾਤ ਤੋਂ ਹਟ ਕੇ ਸੋਚਦਾ ਹੈ ਸੂਫੀ ਹੋਏ, ਉਹ ਤਸਵੁਫ ਬੇਲੋਸ ਹੋ ਜਾਂਦਾ ਹੈ, ਬੇਲੋਸ ਹੋ ਜਾਂਦਾ, ਦਿਲ ਵਿੱਚ ਕੋਈ ਹਿਰਸ ਲਾਲਚ ਨਹੀਂ ਰੱਖਦਾ। ਇਹ ਗੱਲ ਹੈ ਨਾ, ਆਪਣੇ ਮਨ ਦੀ ਸਫਾਈ ਕਰਦਾ। ਬਿਲਕੁਲ ਜੀ, ਵੱਡੇ ਵੱਡੀਆਂ ਤੁਸੀਂ ਤਸਵੁਫ ਦੀਆਂ ਕਿਤਾਬਾਂ ਪੜ੍ਹੋ, ਉਹਨਾਂ ਦਾ ਤੁਸੀਂ ਉਹਨਾਂ ਬਜ਼ੁਰਗਾਂ ਨੂੰ ਅਗਰ ਤੁਸੀਂ ਕਰੀਬੀ ਦੇਖੋ ਤਾਂ ਬਾਅਦ ਔਕਾਤ ਤੁਹਾਨੂੰ ਫੀਲ ਹੁੰਦਾ ਕਿ ਸ਼ਾਇਦ ਕਿਤਾਬ ਹੋਰ ਕਿਸੇ ਨੇ ਲਿਖੀ ਜੀ, ਮਾਜ਼ਰਤ ਦੇ ਨਾਲ, ਲੇਕਿਨ ਇਹ ਸੱਚੀ ਗੱਲ ਹੈ। ਜੀ ਜੀ ਜੀ, ਠੀਕ। ਤੇ ਸ਼ੋਅ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ, ਸੁਣਨੇ ਇੱਕ ਹੋਰ ਗੀਤ, ਫਿਰ ਪਰਤ ਕੇ ਆਉਂਦੇ ਹਾਂ ਵਾਪਸ। ਸਾਡੇ ਨਾਲ ਮੌਜੂਦ ਨੇ ਨਸੀਮ सहर ਸਾਹਿਬ, ਤੇ ਪਰਤ ਕੇ ਆਵਾਂਗੇ ਵਾਪਸ, ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਕੋਲ ਸ਼ਾਇਰੀ ਵੀ ਸੁਣਾਂਗੇ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਜੀ ਇੱਕ ਵਾਰੀ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸ਼ਬਨਮ ਮਜੀਦ ਦੀ ਆਵਾਜ਼ ਵਿੱਚ ਬੜਾ ਸੋਹਣਾ ਗੀਤ ਤੁਸੀਂ ਸੁਣ ਰਹੇ ਸੋ। ਸਾਡੇ ਨਾਲ ਮੌਜੂਦ ਨੇ ਨਸੀਮ सहर ਸਾਹਿਬ, ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਇਹਨਾਂ ਦੀ ਹਯਾਤੀ ਬਾਰੇ, ਇਹਨਾਂ ਦੇ ਫਨ ਬਾਰੇ, ਇਹਨਾਂ ਦੀ ਸ਼ਾਇਰੀ ਬਾਰੇ। ਨਜ਼ਮ ਲਿਖੀ ਇਹਨਾਂ ਨੇ, ਹਮਦ ਲਿਖੀ, ਨਾਤ ਲਿਖੀ, ਗਜ਼ਲਾਂ ਲਿਖੀਆਂ, ਅਫਸਾਨਾ ਲਿਖਿਆ, ਤੇ ਇਹਦੇ ਨਾਲ ਨਾਲ ਜਿਹੜਾ ਇਹਨਾਂ ਨੇ ਅਫਸਾਨੇ ਦੇ ਬਾਰੇ 'ਚ ਅਸੀਂ ਗੱਲ ਕਰਨੇ ਹਾਂ ਹੁਣ। ਤੁਸੀਂ ਜ਼ਰਾ ਆਪਣੇ ਅਫਸਾਨੇ ਬਾਰੇ ਦੱਸੋ। ਸਰ ਜੀ, ਗੱਲ ਹੈ ਕਿ ਜਿਸ ਵਕਤ ਕੋਈ ਕਲਮਕਾਰ ਲਿਖਣ ਬੈਠਦਾ ਨਾ, ਉਸਨੂੰ ਪਤਾ ਨਹੀਂ ਹੁੰਦਾ ਕੀ ਲਿਖੇਗਾ। ਉਹ ਤਹਿਰੀਰ ਖੁਦ ਜਿਸ ਵਕਤ ਮੈਟੀਰੀਅਲਾਈਜ਼ ਹੁੰਦੀ ਹੈ ਨਾ, ਉਸਨੂੰ ਪਤਾ ਚੱਲਦਾ ਹੈ ਕਿ ਕੀ ਲਿਖਿਆ ਜਾ ਰਿਹਾ। ਕਈ ਦਫਾ ਮੈਂ ਗਜ਼ਲ ਲਿਖਣ ਬੈਠਾ, ਅਚਾਨਕ ਜ਼ਹਿਨ ਵਿੱਚ ਕੋਈ ਐਸਾ ਖਿਆਲ ਆਇਆ ਕਿ ਯਾਰ ਇਹ ਤੇ ਗਜ਼ਲ ਨਹੀਂ ਚੱਲੇਗਾ, ਇਹ ਨਸਰ ਹੀ ਚੱਲੇਗਾ। ਚੁਨਾਂਚੇ ਕਹਾਣੀ ਲਿਖੀ, ਅਫਸਾਨੇ ਲਿਖੇ, ਔਰ ਮੈਂ ਕਿਸੇ ਜ਼ਮਾਨੇ 'ਚ ਬਹੁਤ ਜ਼ਿਆਦਾ ਮੁਤਾਲੇ ਦਾ ਸ਼ੌਕੀਨ ਸੀ। ਤਮਾਮ ਦੁਨੀਆ ਦੇ ਯਾਨੀ ਉਰਦੂ ਦੇ ਪੂਰੀ ਕਾਇਨਾਤ ਦੇ ਜਿਹੜੇ ਅਫਸਾਨੇ ਸੀ ਨਾ, ਉਹ ਮੈਂ ਲਗਾਤਾਰ ਪੜ੍ਹਦਾ ਸੀ,
और एक तो फायदा है कि मेरी जुबान ਦੇ ਲੁਗਤ ਦਾ ਜ਼ਖੀਰਾ ਵੱਧ ਗਿਆ ਬਹੁਤ ਜ਼ਿਆਦਾ। ਔਰ ਦੂਸਰਾ ਹੈ ਕਿ ਅਫਸਾਨੇ ਨਾਲ ਮੈਨੂੰ ਬੜੀ ਦਿਲਚਸਪੀ ਪੈਦਾ ਹੋਈ। ਮੇਰੇ ਅਫਸਾਨੇ ਅੱਜ ਤੋਂ ਕੁਝ 50 ਸਾਲ ਪਹਿਲੇ, ਬਲਕਿ 50 ਤੋਂ ਵੀ ਜ਼ਿਆਦਾ ਹੀ ਸ਼ਾਇਦ ਹੋਣੇ, ਅਦਬੀ ਦੁਨੀਆ ਜੈਸੇ ਰਸਾਲੇ ਜਿਹੜੇ ਮੌਲਾਨਾ ਸਲਾਉਦੀਨ ਦਾ ਰਸਾਲਾ ਸੀ ਬੰਦ ਹੋ ਚੁੱਕਾ, ਔਰ ਸੀਪ ਰਸਾਲਾ ਜਿਹੜਾ ਕਰਾਚੀ ਤੋਂ ਹੁੰਦਾ ਸੀ ਉੱਥੇ ਛਪਦੇ ਰਹੇ, ਨਰੰਗੇ ਖਿਆਲ ਹੀ ਛਪਦੇ ਰਹੇ। ਔਰ ਗੁਜ਼ਸ਼ਤਾ 2.5-3 ਸਾਲ ਤੋਂ मैं देखा कि अफसाने का एक नया वर्सन है जिसमें कहा जा रहा है माइक्रो फिक्शन। वो एक मुख्तसर अंदाज नई गल करने का तरीका हो, जिस तरह जदीद शायरी की गल हो रही थी ना, जदीद अफसाने को माइक्रो फिक्शन के अंदाज पेश किया गया। तो मैं उस ही कुछ तजुर्बे किए, 4-5 मेरे वो भी माइक्रो फिक्शन भी छाया हुए, तो नसर नाल मेरी उतनी दिलचस्पी है जितनी शायरी नाल, अल्हम्दुलिल्लाह। ठीक। तो नसीम सहर साहब बहुत सारे लोग सानू सुन रहे हैं। जेबा खातून ने मैसेज किया, वो कहती ने कि मैनू बड़ी खुशी हुई है कि नसीम सहर साहब 30 वरे सऊदी अरब की पाक धरती ते उन्होंने गुजारे ने, तो बड़ी खुशकिस्मती है तुहाडी उत्थे तुसीं टाइम स्पेंड किया। अल्हम्दुलिल्लाह। तो नसीम सहर साहब अज साडी एक बड़ी रेगुलर लिसनर अफरीन होरां दी सालगिरह है, तो असीं उन्हां नूं जन्म दिहाड़ दियां वधाइयां कहने मेरी तरफों जी। वाह वाह। Happy birthday to you. Happy birthday to you. May good luck go with you. Happy birthday to you. लो जी अफरीन, रब सोना तुहाडी जिंदगी विच खुशियां ते कामयाबियां लियावे और तुहानू सलामत रखे। मुबारकबाद। हाँ जी, खुशी हुई। हाँ जी, तो असीं तुहाडे नाम एक गीत भी लावांगे। तो गलबात के सिलसिले में अगे वधाने आ। नसीम सहर साहब तुसीं ये दसो कि तुसीं ब्रॉडकास्टिंग के शोबे नाल भी वाबस्ता रहे हो, तो सऊदी अरब तुसीं इस हवाले नाल काम कीता है, साडे सुनने वाले नूं इस बारे भी दसो। ब्रॉडकास्टिंग एज सच मेरा प्रोफैशन तो नहीं सी, लेकिन सऊदी अरब में एक प्रोग्राम होंदा सी, ज़ाहिर है कि वो ज़्यादा प्रोग्राम तो अरबी च होंदे सी, लेकिन उन्होंने एक उर्दू सैक्शन सी। उर्दू सैक्शन उन्होंने उत्थे जिहड़े उर्दू स्पीकिंग लोग सी ना, उन्होंने वास्ते एक प्रोग्राम रखा जिसका नाम सी रोशन मुकालमे। उस विच मजहबी और मसलकी लिहाज नाल कुछ चीज़ां पेश करने की कोशिश करता सी। वो एक दिन उन्होंने मैनू अप्रोच किया कि जनाब तुसीं इस प्रोग्राम में हिस्सा लो, तो वो 2 साल तक प्रोग्राम में करता रहा। मेरे नाल एक और बंदा होंदा सी, वो होंदा सी, उसका नाम सी रोशन मुकालमे। उस विच सवाल जवाब की सूरत विच ना 10 मिनट तक 10 मिनट की ब्रॉडकास्ट होंदी सी। उस वास्ते बाकायदा एक स्क्रिप्ट लिखा जाता सी। पहले स्क्रिप्ट जाता सी डायरेक्टर जनरल साहब नूं, उसका तर्जमा होंदा सी, क्योंकि वो डायरेक्टर जनरल साहब उर्दू नहीं जानते सी। तो वो जिसले क्लीयर कट के ना कहते सी जी पॉलिसी के मुताबिक है, फिर वो सानू कहते सी आओ जी पेश करो। 3 हफ्ते के बाद डायरेक्टर साहब ने कहा जनाब, 3 हफ्ते के बाद डायरेक्टर साहब ने कहा कि इन्होंने हुण मजीद सेंसर की जरूरत नहीं, मेरी तरफों ब्लैंक चैक के पेश करन कोई जरूरत नहीं, पॉलिसी वो समझ गए। चुनाचे मैं 2 साल तक प्रोग्राम करता रहा और बड़ा मज़ा आता सी। उसका एक फायदा होया कि मैनू इस्लामी लिटरेचर का बहुत ज़्यादा मुताला करने का मजीद मौका मिला कि उस ऐसे सवाल होंदे सी जिहड़े तुहाडे मजहब नाल तल्लक रखते सी और समाजी मामलात और इस तरह दी चीज़ों नाल माहौल नाल तल्लक रखते सी। वो मैं पढ़ के सवाल जवाब की सूरत पेश करता सी, तो फिर माइक से भी वो पेश होंदे 10 मिनट तक। ठीक, बहुत अच्छा तजर्बा सी। ठीक हो गया। तो नसीम सहर साहब बहुत सारे लोग जिहड़े सन सुन रहे हैं, साडे रेगुलर लिसनर जिन्हां विच नादिया कौसर, शेख हजूर साहब, मलक खालिद साहब, ते साडे स्टूडियो च मौजूद जितने भी लोग, सईद इमाद ताबिश साहब, इमरान बेग साहब, सारे असीं अफरीन होरां नूं सालगिरह दियां वधाइयां ते उन्हां नूं जन्म दिहाड़े दियां ढेरों ढेर मुबारकां। ते इह गीत भी असीं उन्हां दे नामे लाने आ। फिर परत के आने वापस सुनते रहना FM पंजाब रंग 99.4 जी। परत के आ गया एक बारी फिर तुहाडी खिदमत च मैं नासिर अहमद। ते साडे लई बड़ी एजाज़ दी गल है कि साडे FM पंजाब रंग दे विहड़े च अज मौजूद ने जनाब नसीम सहर साहब। बहुत वड्डे शायर ने ते अदीब ने, दानिश्वर ने, लिखारी ने, ते आलमी सतह ते इन्हां दा बड़ा वड्डा ते मोतबर नाम है। ते अज असीं गल कीती इन्हां दी हयाती बारे, इन्हां दी शायरी बारे, ते नज़म भी लिखी, हमद नात भी लिखी। ते हुण असीं वधने तुहाडी गज़ल बारे
ਤੁਸੀਂ ਗਜ਼ਲ ਵੀ ਲਿਖੀ ਔਰ ਤੁਸੀਂ ਦੱਸ ਰਹੇ ਸੋ ਕਿ ਗਜ਼ਲ ਲਿਖ ਕੇ ਤੁਹਾਨੂੰ ਬੜਾ ਦਿਲੀ ਸਕੂਨ ਮਿਲਦਾ ਹੈ। ਸਹੀ। ਤੇ ਆਪਣੀ ਗਜ਼ਲ ਬਾਰੇ ਸਾਨੂੰ ਦੱਸੋ। ਸਰ ਗਜ਼ਲ ਦੇ ਬਾਰੇ ਚ ਗਜ਼ਲ ਵਿੱਚ ਗੱਲ ਹੋ ਸਕਦੀ ਹੈ, ਨਸਰ ਵਿੱਚ ਨਹੀਂ ਹੋ ਸਕਦੀ। ਵਾਹ ਵਾਹ ਵਾਹ। ਲੇਕਿਨ ਗੱਲ ਹੈ ਕਿ ਗਜ਼ਲ ਦਾ ਆਪਣਾ ਇੱਕ ਸਫ਼ਰ ਹੈ, ਫਾਰਸੀ ਤੋਂ ਉਰਦੂ ਚ ਆਈ, ਪੰਜਾਬੀ ਚ ਆਈ, ਔਰ ਮਾਸ਼ਾਅੱਲਾ ਹੁਣ ਪੰਜਾਬੀ 'ਚ ਬੜੀ ਮਿੱਠੀ ਗਜ਼ਲ ਲਿਖੀ ਜਾ ਰਹੀ ਹੈ। ਮੇਰੇ ਕੋਲ ਕੁਝ ਦੋਸਤਾਂ ਦੇ ਆਂਦੇ ਨੇ ਕਲਾਮ, ਔਰ ਪੜ੍ਹ ਕੇ ਲੁਤਫ ਆਉਂਦਾ ਕਿ ਬਹੁਤ ਸ਼ਾਨਦਾਰ ਹੈ। ਔਰ ਗਜ਼ਲ ਐਸੀ ਹੈ ਕਿ ਸਟਾਰਟ ਤੋਂ ਲੈ ਕੇ ਹੁਣ ਤੱਕ ਅਗਰ ਤੁਸੀਂ ਉਰਦੂ ਜਾਂ ਪੰਜਾਬੀ ਦੀ ਗਜ਼ਲ ਦੇਖੋ ਨਾ ਤਾਂ ਉਸ ਦੇ ਇਰਤਕਾਈ ਸਫ਼ਰ ਦਾ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਅੱਜ ਤੋਂ 60 ਸਾਲ 70 ਸਾਲ ਪਹਿਲੇ ਜਿਹੜੀ ਗਜ਼ਲ ਕਹੀ ਜਾ ਰਹੀ ਸੀ ਉਹਦੇ ਮੌਜ਼ੂਆਤ ਕੀ ਸੀ ਔਰ ਹੁਣ ਕੀ ਮੌਜ਼ੂਆਤ ਹਨ। ਦੂਸਰੀ ਗੱਲ ਹੈ ਕਿ ਉਮਰ ਦੇ ਨਾਲ ਨਾਲ ਹਰ ਸ਼ਾਇਰ ਦੀ ਗਜ਼ਲ ਵਿੱਚ ਵੱਧਦਾ ਜਾਂਦਾ, ਉਸਦਾ ਰੰਗ ਕੁਝ ਹੋਰ ਹੁੰਦਾ ਜਾਂਦਾ। ਜ਼ਾਹਿਰ ਬਹੁਤ ਜਿਹੜਾ ਟੀਨੇਜਰ ਸ਼ਾਇਰ ਹੁੰਦਾ ਉਸਦੀ ਦੁਨੀਆ ਮਹਿਦੂਦ ਹੁੰਦੀ ਹੈ ਮਹਿਬੂਬਾ ਤੱਕ, ਤੇ ਬਸ ਉਹ ਉਸੇ ਦੇ ਹਿਜਰ ਫਰਾਕ ਦੀਆਂ ਗੱਲਾਂ ਕਰਦਾ ਰਹਿੰਦਾ। ਹੋਰ ਅੱਗੇ ਜਾਂਦਾ ਤਾਂ ਉਸਨੂੰ ਗਮੇ ਰੋਜ਼ਗਾਰ ਵੀ ਸਾਹਮਣੇ ਆਉਂਦਾ, ਦੂਸਰੇ ਮਸਾਇਲ ਸਾਹਮਣੇ ਆਉਂਦੇ ਨੇ, ਫੈਮਿਲੀ ਦੇ ਮਾਹੌਲ ਦੇ ਉਹ ਮਸਾਇਲ ਉਹਦੀ ਗਜ਼ਲ ਵਿੱਚ ਰਚ ਬਸ ਜਾਂਦੇ ਨੇ। ਇਸ ਤੋਂ ਅੱਗੇ ਜਾਂਦਾ ਤੇ ਉਹ ਜੋ ਜ਼ਹਿਨੀ ਬਲੋਗਤ ਹੈ ਨਾ ਉਹ ਤਰੱਕੀ ਕਰਦੀ ਜਾਂਦੀ ਹੈ। ਇੱਕ ਸਟੇਜ ਐਸੀ ਆਉਂਦੀ ਹੈ ਕਿ ਉਸ ਦੀ ਗਜ਼ਲ ਵਿੱਚ ਆਰਫਾਨਾ ਰੰਗ ਵੀ ਪੈਦਾ ਹੁੰਦਾ ਹੈ, ਮਜ਼ਹਬੀ ਰੰਗ ਵੀ ਪੈਦਾ ਹੁੰਦਾ ਹੈ, ਸਿਆਸੀ ਰੰਗ ਨਾਲ ਵੀ ਬੜਾ, ਲੇਕਿਨ ਇਹ ਸਭ ਇੱਕ ਤਖਲੀਕੀ ਰੰਗ ਵਿੱਚ ਹੁੰਦਾ ਹੈ। ਔਰ ਇਸ ਲਿਹਾਜ਼ ਨਾਲ ਗਜ਼ਲ ਨੂੰ ਦੇਖਿਆ ਜਾਏ ਤੇ ਸ਼ਾਇਰ ਆਪਣੇ ਪੂਰੇ ਮਾਹੌਲ ਦੀ ਤਰਜਮਾਨੀ ਬੜੇ ਅੱਛੇ ਅੰਦਾਜ਼ ਵਿੱਚ ਕਰ ਰਿਹਾ ਹੁੰਦਾ ਹੈ। ਠੀਕ, ਇਹ ਗੱਲ ਹੈ ਸਾਰੀ ਕਿ ਗਜ਼ਲ ਦਾ ਅਗਰ ਸਫ਼ਰ, ਅਗਰ ਗਜ਼ਲ ਹੁਣ ਤੱਕ ਜ਼ਿੰਦਾ ਹੈ ਦੂਸਰੀ ਅਸਨਾਫ ਦੇ ਮੁਕਾਬਲੇ 'ਚ, ਉਹਦੀ ਇੱਕ ਬੁਨਿਆਦੀ ਵਜ੍ਹਾ ਆਸਾਨ ਲਫ਼ਜ਼ਾਂ 'ਚ ਇਜ਼ਹਾਰ ਕਰਨਾ ਔਰ ਕਾਰੀ ਤੱਕ ਇਬਲਾਗ ਦੀ ਕੈਫੀਅਤ, ਇਬਲਾਗ ਦੀ ਹਾਲਤ ਵਿੱਚ ਗੱਲ ਪਹੁੰਚਾਉਣਾ। ਕਿਉਂਕਿ ਅਗਰ ਤੁਸੀਂ ਐਸੀ ਗੱਲ ਪਹੁੰਚਾਓਗੇ ਜਿਹੜਾ ਕਾਰੀ ਸਮਝ ਹੀ ਨਹੀਂ ਸਕੇਗਾ ਤੇ ਅਗਲੀ ਵਾਰ ਕਾਰੀ ਵੀ ਤੁਹਾਡੀ ਤਰਫ ਤਵੱਜੋ ਨਹੀਂ ਕਰੇਗਾ। ਤੁਹਾਡੀ ਗਜ਼ਲ ਵਿੱਚ ਉਹ ਕਸ਼ਿਸ਼ ਹੋਣੀ ਚਾਹੀਦੀ ਹੈ कि तुसी कहो तो कारी समझ जाए और कहे कि हाँ मैंने ये जाना कि गोया ये भी मेरे दिल में है। ठीक, ये कैफियत ना तो फिर गजल नहीं चलती। ठीक, नसीम सहर साहब तुसी मुतरजम भी हो, जी हाँ, तर्जमाकार भी हो ते तुसी अंग्रेजी दियां किताबां दा उर्दू विच तर्जमा भी कीता है ते बल्कि इस तरह कभी है कि तुसी जिहड़ा अंग्रेजी अदब नूं पाकिस्तान विच जानू करवाउण विच अपना हिस्सा जिहड़ा तुसी पाया ते इस हवाले नाल जरा दसो कि किहड़ियां किताबां किहड़े लिखारियां नूं तुसी उन्हां दा तर्जमा कीता किताबां दा। सर किताबां दो तो बड़िया मारूफ किताबां डेल कार्नेगी दी किताबां सी हाउ टू मेक फ्रेंड्स जी और द आर्ट ऑफ स्पीकिंग समथिंग लाइक दैट, ते ये दो किताबां दा तर्जमा करके वो बड़े पॉपुलर होए। मेरा पब्लिशर कहता सी कि बड़िया कई एडिशन इहदे शे होए, लेकिन इस तो इलावा मैं ज़्यादा जो तर्जमा किया ना फिक्शन का किया, बेशुमार नावलों का तर्जमा किया। और अगर देखा जाए तो जिहड़ियां अंग्रेजी दी कहानियां, अंग्रेजी दी नहीं बल्कि मसलन रूस दियां, चाइना दियां, जापान दियां कहानियां जिहड़ियां अंग्रेजी च आंदियां सी ना उन्होंने मैं उर्दू तर्जमा किया। और मेरे को जो रिकॉर्ड है तकरीबन मैं 10-12 साल जम के कम किया और तकरीबन 1200 कहानियां का उर्दू तर्जमा किया। और हुण भी मेरा इरादा है कि उस बहुत सारे तर्जमे तो जाहिर है कि जासूसी मौजूआत, थ्रिल, लेकिन कुछ मज़ाह और अदबी रंग दे जिहड़े तर्जमे ना वो मेरा इरादा कि किताबी सूरत छपाऊंगा इंशाअल्लाह। ठीक, तो नसीम सहर साहब तुसी पंजाबी माइये भी लिखे ने जी? पंजाबी माइये भी अनफॉर्चुनेटली नहीं। ठीक है, ठीक है। ते साडे नाल मौजूद ने नसीम सहर साहब ते सुनने वाले ने मैं दसना चला कि तुसी भी WhatsApp 05192919521 ते सानू मैसेज कर लो। ते हुण मैं गुजारिश करांगा कि नसीम सहर साहब तुसी अपने कलाम तो साडे सुनने वाले नु नवाजो। बड़ी खुशी जनाब, अज दी ये खुशकिस्मती है कि तुहाडे जरिए बहुत सारे कारीन नाल मेरे सामीन नाल मुलाकात हो रही जी। और एक गजल पेश कर रहे हैं। मेरे वेड़े आ बैठे ने, मेरे वेड़े आ बैठे ने, किन्ने खेड़े आ बैठे ने, वाह, किन्ने खेड़े आ बैठे ने, फुल खिड़न दी तांग सानू, वाह, फुल खिड़न दी तांग सानू, मौसम केड़े आ बैठे ने, वाह, मौसम केड़े आ बैठे ने, दूर दराडे जाके सज्जन, दूर दराडे जाके सज्जन, होर भी नेड़े आ बैठे ने, होर भी नेड़े आ बैठे ने,
ਹੋਰੇ ਦੁਸ਼ਮਣ ਨੇ ਜਾਂ ਸੱਜਣ, ਹੋਰੇ ਦੁਸ਼ਮਣ ਨੇ ਜਾਂ ਸੱਜਣ, ਲੋਕੀ ਜਿਹੜੇ ਆ ਬੈਠੇ ਨੇ, ਵਾਹ ਲੋਕੀ ਜਿਹੜੇ ਆ ਬੈਠੇ ਨੇ। ਸ਼ੇਰ ਮੁਲਾਜ਼ਾ ਹੋ ਕੇ ਅਸਾਂ ਚਾਨਣ ਮੰਗਿਆ ਐ ਪਰ, ਅਸਾਂ ਚਾਨਣ ਮੰਗਿਆ ਐ ਪਰ, ਧੁੱਪ ਥਪੇੜੇ ਆ ਬੈਠੇ ਨੇ, ਵਾਹ ਧੁੱਪ ਥਪੇੜੇ ਆ ਬੈਠੇ ਨੇ। ਔਰ ਇਸ਼ਕ ਦੇ ਉੱਚੇ ਬੂਹੇ ਉੱਤੇ, ਇਸ਼ਕ ਦੇ ਉੱਚੇ ਬੂਹੇ ਉੱਤੇ ਹਿਜਰ ਵਖੇੜੇ ਆ ਬੈਠੇ ਨੇ, ਵਾਹ ਹਿਜਰ ਵਖੇੜੇ ਆ ਬੈਠੇ ਨੇ। ਔਰ ਆਖਰੀ ਸ਼ੇਰ ਹੈ ਕਿ ਦੇਖ ਕੇ ਮੈਨੂੰ ਕਲ ਮੁਕੱਲਾ, ਵੇਖ ਕੇ ਮੈਨੂੰ ਕਲ ਮੁਕੱਲਾ, ਦੁਖੜੇ ਵਿਹੜੇ ਆ ਬੈਠੇ ਨੇ, ਵਾਹ ਦੁਖੜੇ ਵਿਹੜੇ ਆ ਬੈਠੇ ਨੇ, ਵਿਹੜੇ ਆ ਬੈਠੇ ਨੇ, ਕਿੰਨੇ ਖੇੜੇ ਆ ਬੈਠੇ ਨੇ। ਪਰਤ ਕੇ ਆ ਗਏ ਹਾਂ ਵਾਪਸ। ਤੁਸੀਂ ਸੁਣ ਰਹੇ FM ਪੰਜਾਬ ਰੰਗ 99.4। ਜ਼ਫਰ ਇਕਬਾਲ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਸਰਗੋਦਾ ਤੋਂ, ਤੇ ਉਹ ਕਹਿੰਦੇ ਨੇ ਕਿ ਨਸੀਮ ਸਹਿਰ ਸਾਹਿਬ ਦੀਆਂ ਗੱਲਾਂ ਬੜੀਆਂ ਸੋਹਣੀਆਂ ਨੇ, ਇਹਨਾਂ ਨੇ ਜਿੰਨਾ ਵੀ ਅਦਬੀ ਕੰਮ ਕੀਤਾ ਹੈ ਉਹਦੀ ਤਾਰੀਫ ਕਰ ਰਹੇ ਨੇ। ਤੇ ਨਸੀਮ ਸਹਿਰ ਸਾਹਿਬ ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਜੀ ਹਾਂ, ਤੇ ਮਾਸ਼ਾਅੱਲਾ ਤੁਹਾਡੀ ਸ਼ਖਸੀਅਤ ਏਡੀ ਵੱਡੀ, ਇਤਨਾ ਵੱਡਾ ਤੁਹਾਡਾ ਨਾਂ, ਇਤਨਾ ਵੱਡਾ ਤੁਸੀਂ ਕੰਮ ਕੀਤਾ ਅਦਬੀ ਹਵਾਲੇ ਨਾਲ, ਤੇ ਉਹ ਤੇ ਸਾਡੇ ਕੋਲ ਮੈਂ ਸਮਝਣਾ ਕਿ ਬਹੁਤ ਜ਼ਿਆਦਾ ਟਾਈਮ ਹੋਣਾ ਚਾਹੀਦਾ ਅਗਰ ਸਾਰਾ ਅਸੀਂ ਤੁਹਾਡੀ ਸ਼ਖਸੀਅਤ ਦੇ ਤੇ ਫਨ ਦੇ ਹਰ ਪੱਖ ਦੀ ਗੱਲ ਜੇ ਕਰਨਾ ਚਾਹੀਏ ਤੇ। ਲੇਕਿਨ ਮੈਂ ਹੁਣ ਚਾਹਾਂਗਾ ਕਿ ਤੁਸੀਂ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਪੈਗਾਮ ਵੀ ਦਿਓ, ਤੇ ਨਾਲ ਨਾਲ ਤੁਸੀਂ ਹੁਣ ਆਖਿਰ ਦੱਸਿਆ ਕਿ ਤੁਹਾਡੇ ਘਰ ਵਾਲੇ ਵੀ ਸੁਣ ਰਹੇ ਨੇ, ਜੀ ਤੇ ਇਹ ਵੀ ਦੱਸੋ ਕਿ ਕੌਣ ਕੌਣ ਸੁਣ ਰਿਹਾ। ਮੇਰੇ ਕਾਰ ਵਾਲੇ ਸੁਣ ਰਹੇ ਨੇ, ਕਾਰ ਵਾਲੀ ਜ਼ਰਾ ਬਿਮਾਰ ਹੈ, ਉਹ ਨਹੀਂ ਸੁਣ ਸਕਦੀ, ਅੱਛਾ। ਲੇਕਿਨ ਮੇਰੇ ਬੱਚਿਆਂ ਨੂੰ ਬੜਾ ਇੰਟਰਸਟ ਹੈ। ਤੇ ਬੱਚਿਆਂ 'ਚ ਕੌਣ ਕੌਣ ਸੁਣ ਰਿਹਾ, ਉਹਨਾਂ ਦੇ ਨਾਮ? ਮੇਰੀ ਇੱਕ ਸਭ ਤੋਂ ਵੱਡੀ ਜਿਹੜੀ ਬੇਟਾ ਮੇਰਾ ਸ਼ਿਰਾਜ਼, ਜੀ ਔਰ ਉਸ ਤੋਂ ਛੋਟੀ ਬੇਟੀ, ਉਸ ਨੂੰ ਪੰਜਾਬੀ ਨਾਲ ਬੜੀ ਦਿਲਚਸਪੀ ਵੀ ਹੈ। ਮਾਸ਼ਾਅੱਲਾ। ਹਾਲਾਂਕਿ ਅਮੂਮਨ ਇਹ ਹੁੰਦਾ ਕਿ ਜਿਸ ਵੇਲੇ ਨਵੀਂ ਨਸਲ ਜਿਹੜੀ ਜੀ ਬੜਾ ਕੱਟ ਆਫ ਹੋ ਜਾਂਦਾ, ਲੇਕਿਨ ਬੱਚਿਆਂ ਨੂੰ ਪੰਜਾਬੀ ਆਉਂਦੀ ਵੀ ਹੈ, ਘਰ ਵਿੱਚ ਪੰਜਾਬੀ ਬੋਲਦੇ ਵੀ ਹਨ, ਔਰ ਮੇਰਾ ਪ੍ਰੋਗਰਾਮ ਬੜੇ ਗੌਰ ਨਾਲ ਸੁਣਦੇ ਨੇ। ਔਰ ਤੁਹਾਡਾ ਪ੍ਰੋਗਰਾਮ ਇਹ ਜਿਹੜਾ ਨਾ ਇਨਸ਼ਾਅੱਲਾ ਉਹ ਯਕੀਨਨ ਸੁਣ ਰਹੇ ਹੋਣੇ ਜੀ। ਔਰ ਪੈਗਾਮ ਤੇ ਵੱਡਿਆਂ ਲੋਕਾਂ ਦਾ ਹੁੰਦਾ, ਮੈਂ ਤੇ ਵੱਡਾ ਨਹੀਂ, ਲੇਕਿਨ ਪੈਗਾਮ ਅਗਰ ਹੈ ਤੇ ਸਿਰਫ ਇਹ ਕਿ ਆਪਣੇ ਆਪ ਨੂੰ ਬਿਹਤਰ ਤੋਂ ਬਿਹਤਰ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੋ ਜੇ। ਇਹ ਚੁੱਕੀ ਯੂਨੀਵਰਸਿਟੀ ਹੈ ਤੇ ਨਈ ਜਨਰੇਸ਼ਨ ਸੁਣ ਰਹੀ ਹੈ ਪ੍ਰੋਗਰਾਮ, ਔਰ ਉਸ ਨੂੰ ਮੇਰਾ ਸਲਾਮ ਵੀ, ਔਰ ਉਹਨੂੰ ਮੇਰੀਆਂ ਦੁਆਵਾਂ ਹੈ ਕਿ ਉਹਨਾਂ ਦੀ ਜ਼ਿੰਦਗੀ ਅੱਛੀ ਗੁਜ਼ਰੇ। ਔਰ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਪੰਜਾਬੀ ਜ਼ੁਬਾਨ ਦੇ ਫਰੋਗ ਵਾਸਤੇ ਤੁਸੀਂ ਜੋ ਕਰ ਰਹੇ ਹੋ, ਅੱਲਾਹ ਤਾਲਾ ਉਸ ਨੂੰ ਮਜ਼ੀਦ ਕਾਮਯਾਬੀ ਨਸੀਬ ਕਰੇ, ਔਰ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀ ਨਈ ਨਸਲ ਦੀ ਇਸ ਪੰਜਾਬੀ ਆਪਣੀ ਮਾਂ ਬੋਲੀ ਦੇ ਨਾਲ ਇਸ਼ਕ ਔਰ ਮੁਹੱਬਤ ਕਾਇਮ ਰਹੇ। ਇਸ ਦੇ ਬਗੈਰ ਮਜ਼ਾ ਨਹੀਂ ਆਉਂਦਾ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਹਾਜ਼ਰ ਹੋਵਾਂਗੇ, ਔਰ ਫਿਰ ਦੇਖਾਂਗੇ ਕਿ ਤੁਹਾਡੀ ਜਿਹੜੀਆਂ ਕਾਸ਼ਾਂ ਕਿਤਨੀਆਂ ਕਾਮਯਾਬ ਹੋ ਰਹੀਆਂ। ਵਾਹ ਜਜ਼ਾਕੱਲਾ। ਵਾਹ। ਇਹ ਸਨ ਨਸੀਮ ਸਹਿਰ ਸਾਹਿਬ, ਤੇ ਇਹਨਾਂ ਦੇ ਐਸੇ ਸੋਹਣੇ ਪੈਗਾਮ ਨਾਲ ਮੈਨੂੰ ਨਾਸਿਰ ਅਹਿਮਦ ਅੱਜ ਦੇ ਸਾਡੇ ਪ੍ਰਾਹੁਣੇ ਜਨਾਬ ਨਸੀਮ ਸਹਿਰ ਸਾਹਿਬ ਤੇ ਸੈਯਦ ਇਮਾਦ ਤਾਬਿਸ਼ ਹੋਰਾਂ ਨੂੰ ਇਜਾਜ਼ਤ ਦਿਓ। ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੂ, ਰੱਬ ਰਾਖਾ।